ਅੱਜ ਅਸੀਂ ਇੱਕ ऐसे विषय ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਵਿਸ਼ਾ ਸਾਡੇ ਜੀਵਨ ਦਾ ਬਹੁਤ ਮਹੱਤਵਪੂਰਨ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ। ਹਾਲੇਲੂਇਆ। ਔਰ ਸਾਡੇ ਜੀਵਨ ਦਾ ਜਿਹੜਾ ਆਧਾਰ ਹੀ ਇਹ ਹੈਗਾ ਸਾਡੀ ਲਾਈਫ ਦਾ ਆਧਾਰ ਇਹ ਹੈਗਾ ਵੀ ਅਸੀਂ ਜਿਹੜੀ ਗੱਲ ਦੇ ਪਿੱਛੇ ਅਸੀਂ ਚੱਲਦੇ ਪਏ ਹਾਂ ਅੱਜ ਅਸੀਂ ਉਸ ਗੱਲ ਦੇਖਾਂਗੇ ਕਿ खुदाबंद ने सारे जीवन च आके सानू एक आशा दी है। हालेलुया हालेलुया। प्रभु यीशु मसीह जो सारे जीवन च आए उन्होंने सानू एक आस दी है। आज मैं उस आस के ऊपर तुहाडे नाल गल करूंगा कि वो केड़ी आस हैगी है ते ਅਸੀਂ किदां उस आशा ਨੂੰ ਆਪਣੇ ਜੀਵਨ 'ਚ ਰੱਖ ਸਕਦੇ ਹਾਂ। प्रेज द लॉर्ड। ਅਸੀਂ ਪੜਾਂਗੇ भजन संहिता 33 जबूरां ਦੀ ਪੋਥੀ 33 जबूर ਪੜਾਂਗੇ ਅਸੀਂ Psalm 33 ਤੇ ਅਸੀਂ ਉਹਦੀ 18 ਤੇ 19 ਆਇਤ ਪੜਾਂਗੇ। ਅਸੀਂ ਇਹਨੂੰ ਹਿੰਦੀ ਦੇ ਵਿੱਚ ਔਰ ਅਸੀਂ ਇਹਨੂੰ ਪੰਜਾਬੀ ਚ ਪੜਾਂਗੇ ਜੀ। Psalm 33 ਜ਼ਬੂਰਾਂ ਦੀ ਪੋਥੀ ਹਾਲੇਲੂਇਆ 33 ਅਧਿਆਏ ਸਾਰੇ ਨੇ ਆਪਣੀ ਬਾਈਬਲ ਖੋਲ ਲਓ ਉਹਦੇ 18 ਤੇ 19 ਹਾਂਜੀ ਪੜਾਂਗੇ ਅਸੀਂ। ਵੇਖੋ ਹਾਂਜੀ ਯਹੋਵਾ ਦੀ ਨਿਗਾਹ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ। ਕਹਿੰਦਾ ਵੇਖੋ ਯਹੋਵਾ ਦੀ ਜਿਹੜੀ ਨਿਗਾਹ ਹੈਗੀ ਆ ਉਹ ਕਿਹਨਾਂ ਦੇ ਉੱਪਰ ਹੈਗੀ ਆ ਉਹ ਆਪਣਾ ਭੈ ਮੰਨਣ ਵਾਲਿਆਂ ਦੇ ਉੱਤੇ ਆਪਣੇ ਭੈ ਮੰਨਣ ਵਾਲਿਆਂ ਦੇ ਉੱਪਰ ਹੈ ਉਹਨਾਂ ਉੱਤੇ ਹਾਂਜੀ ਜਿਹੜੇ ਉਸ ਦੀ ਦਇਆ ਨੂੰ ਉਡੀਕਦੇ ਹਨ। ਕਹਿੰਦੇ ਉਹਨਾਂ ਦੇ ਉੱਤੇ ਹੈਗੀ ਆ ਜਿਹੜੇ ਉਹਦੀ ਦਇਆ ਨੂੰ ਉਡੀਕਦੇ ਪਏ ਆ। ਹਾਲੇਲੂਇਆ। ਜਿਹੜੇ ਨਹੀਂ ਉਡੀਕਦੇ ਪਏ ਉਹਨਾਂ ਦੇ ਉੱਪਰ ਖੁਦਾ ਦੀ ਦਇਆ ਨਹੀਂ ਹੈਗੀ। ਇਹ ਵਚਨ ਸਾਨੂੰ ਦੱਸਦਾ ਹੈ ਜਿਹੜੇ ਉਡੀਕਦੇ ਪਏ ਆ ਉਹਨਾਂ ਦੇ ਉੱਪਰ ਖੁਦਾ ਦੀ ਦਇਆ ਹੈਗੀ ਉਸ ਪਿਤਾ ਪਰਮੇਸ਼ਵਰ ਦੀ। ਅਸੀਂ ਇਸ ਵਰਸ ਨੂੰ ਔਰ ਅਸੀਂ 19 ਪੜਾਂਗੇ ਖੋਲ ਅਗਲਾ ਸਿਆਜ ਜਾਵਾਂਗੇ। ਭਈ ਉਹਨਾਂ ਦੀ ਜਾਨ ਹਾਂਜੀ ਮੌਤ ਤੋਂ ਛੁਡਾਵੇ ਹਾਂ ਅਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਿਆਂ ਰੱਖੇ। ਪ੍ਰੇਜ਼ ਦ ਲਾਰਡ। ਕਹਿੰਦਾ ਉਹਨਾਂ ਦੀ ਮੌਤ ਤੋਂ ਕੀ ਕਰੂਗਾ ਉਹਨਾਂ ਨੂੰ ਉਹ ਮੌਤ ਤੋਂ ਬਚਾਊਗਾ ਤੇ ਉਹਨਾਂ ਨੂੰ ਕਾਲ ਤੋਂ ਕੀ ਕਰੂਗਾ ਉਹ ਕਾਲ ਵਿੱਚ ਉਹਨਾਂ ਨੂੰ ਜਿਉਂਦਿਆਂ ਰੱਖੇ। ਕਹਿੰਦਾ ਕਾਲ ਦੇ ਵਿੱਚ ਉਹਨਾਂ ਨੂੰ ਜਿਉਂਦਾ ਰੱਖੂਗਾ ਕਿ ਇਹਨਾਂ ਨੂੰ ਜਿਨ੍ਹਾਂ ਲੋਕਾਂ ਦੀ ਆਸ਼ਾ ਜਿਹੜੀ ਹੈਗੀ ਆ ਖੁਦਾਵੰਦ ਦੇ ਉੱਪਰ ਹੈਗੀ ਔਰ ਜਿਹੜੇ ਪਿਤਾ ਪਰਮੇਸ਼ਵਰ ਦਾ ਕੀ ਮੰਨਦੇ ਆ ਡਰ ਮੰਨਦੇ ਹੈਗੇ ਭੈ ਮੰਨਦੇ ਆ। ਪ੍ਰੇਜ਼ ਦ ਲਾਰਡ ਹਾਲੇਲੂਇਆ। ਆਈਏ ਇਸ ਗੱਲ ਨੂੰ ਹਿੰਦੀ ਚ ਪੜਾਂਗੇ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਅਸੀਂ ਅੱਜ ਕਿਹੜੀ ਗੱਲ ਵਿੱਚ ਸਾਡਾ ਜਿਹੜਾ ਜੀਵਨ ਦਾ ਜੀਣ ਦਾ ਸਾਡਾ ਮਕਸਦ ਕੀ ਹੈਗਾ ਹੈ ਕਿ ਮੈਂ ਉਸ ਗੱਲ ਦੇ ਵਿੱਚ ਹੈਗਾ ਹਾਂ ਜਾਂ ਮੈਂ ਉਸ ਗੱਲ 'ਚ ਹੈਗੀ ਕਿ ਨਹੀਂ ਹੈਗੀ। ਅਸੀਂ ਬੜੇ ਧਿਆਨ ਨਾਲ ਵਚਨ ਸੁਣਾਂਗੇ ਕਿਉਂਕਿ ਮੈਂ ਨਹੀਂ ਹੈਗਾ ਵਚਨ ਸੁਣਾਉਣ ਵਾਲਾ ਕੋਈ ਵੀ। ਪਵਿੱਤਰ ਆਤਮਾ ਜੋ ਬਾਈਬਲ ਦੇ ਵਿੱਚੋਂ ਹਮੇਸ਼ਾ ਸਾਡੇ ਨਾਲ ਗੱਲ ਕਰਦਾ ਹੈ ਔਰ ਪਹਿਲੇ ਗੱਲ ਮੇਰੇ ਨਾਲ ਕਰਦਾ ਹੈ ਫਿਰ ਤੁਹਾਡੇ ਨਾਲ ਗੱਲ ਕਰਦਾ। हालेलुया। ਹਾਂਜੀ ਪੜ੍ਹੀਏ ਜੀ ਹਿੰਦੀ ਦੇ ਵਿੱਚ। देखो प्रभु की दृष्टि उन लोगों पर है जो उससे डरते हैं। ध्यान ਨਾਲ ਪੜਾਂਗੇ ਇਸ ਆਰਾਮ ਨਾਲ। देखो प्रभु की दृष्टि उन लोगों पर है जो उससे डरते हैं। देखो कितनी अच्छी ਗੱਲ ਹੈ। ਕਹਿੰਦਾ ਪ੍ਰਭੂ ਦੀ ਦ੍ਰਿਸ਼ਟੀ ਉਹਨਾਂ ਲੋਕਾਂ ਦੇ ਉੱਪਰ ਹੈਗੀ ਹੈ ਜਿਹੜੇ ਉਹ ਤੋਂ ਕੀ ਕਰਦੇ ਆ ਡਰਦੇ ਆ। ਇਹਦਾ ਮਤਲਬ ਲੋਕ ਨਹੀਂ ਵੀ ਡਰਦੇ ਹੈਗੇ। ਅਸੀਂ ਤਾਂ ਆਪੋਜ਼ਿਟ ਦੇਖ ਸਕਦੇ ਕਿ ਕੁਝ ਲੋਕ ਇਦਾਂ ਦੇ ਵੀ ਹੈਗੇ ਜਿਹੜੇ ਖੁਦਾ ਤੋਂ ਉਹਨਾਂ ਨੂੰ ਡਰ ਡਰ ਹੈ ਨਹੀਂ ਕਿਸੇ ਗੱਲ ਦਾ। ਉਹ ਕਹਿੰਦੇ ਕੋਈ ਖੁਦਾਵੰਦ ਨਹੀਂ ਹੈਗਾ ਮੈਂ ਹੀ ਜੋ ਕੁਝ ਹੈਗਾ ਮੈਂ ਹੀ ਹਾਂ। ਕਈ ਲੋਕ ਆਪਣੇ ਪੈਸੇ ਦੇ ਉੱਪਰ ਘਮੰਡ ਕਰਦੇ ਆ ਆਪਣੀ ਜੌਬਸ ਦੇ ਉੱਪਰ ਘਮੰਡ ਕਰਦੇ ਆ ਆਪਣੇ ਉੱਪਰ ਘਮੰਡ ਕਰਦੇ ਲੇਕਿਨ ਖੁਦਾਵੰਦ ਵਚਨ ਸਾਨੂੰ ਕੀ ਕਹਿੰਦਾ ਪਿਆ ਹੈ ਕਹਿੰਦਾ ਪ੍ਰਭੂ ਦੀ ਦ੍ਰਿਸ਼ਟੀ ਕਿਹਨਾਂ ਦੇ ਉੱਪਰ ਹੈਗੀ ਆ ਉਹਨਾਂ ਦੇ ਉੱਪਰ ਜਿਹੜੇ ਉਹਦਾ ਡਰ ਮੰਨਦੇ ਹੈਗੇ ਜਿਹੜੇ ਤੋਂ ਡਰਦੇ ਆ ਕਿਹੜੀ ਗੱਲ ਤੋਂ ਕਿ ਮੈਂ ਆਪਣੇ ਜੀਵਨ ਨੂੰ ਠੀਕ ਰੱਖਣਾ ਹੈ। ਪ੍ਰੇਜ਼ ਦ ਲਾਰਡ। ਅਗਲੀ ਗੱਲ ਪੜਾਂਗੇ ਅਸੀਂ ਅੱਗੇ और उन पर है जो उसकी करुणा की प्रतीक्षा करते हैं। अच्छा ये आप पढ़ो तुसी हाँ जी। उन पर जो उसकी करुणा की आशा रखते हैं। कहंदे उस उन पर जिन्ना लोकां दे कोल एक आशा हैगी आ उस इंसान दे ऊपर उस भैन दे ऊपर भरा दे ऊपर खुदावंद दी दृष्टि हैगी आ ते ओ केड़ी आशा हैगी आ वो हालेलुया कि वह उनके प्राण को मृत्यु से बचाए और अकाल के समय उनको जीवित रखे। हालेलुया। कहता वह उनको कहां से बचाएगा मृत्यु से। केड़ी मृत्यु की गल की जा रही है क्योंकि वचन दसदा कि मरना एक हर एक इंसान मरना पैना। प्रभु यीशु मसीह भी मरे सके हर एक इंसान आदम भी मरिया। आदम पहला मनुख सगा ਜਿਹੜਾ ਜਦੋਂ ਵਰਲਡ ਦੇ ਵਿੱਚ ਪਹਿਲਾ ਮਨੁੱਖ ਬਣਾਇਆ ਗਿਆ ਆਦਮ ਵੀ ਮਰਿਆ ਔਰ ਪ੍ਰਭੂ ਯੀਸ਼ੂ ਮਸੀਹ ਵੀ ਮਰੇ ਔਰ ਅਸੀਂ ਵੀ ਇੱਕ ਦਿਨ ਮਰ ਜਾਣਾ ਹੈ। ਦੁਨੀਆ ਮਰਦੀ ਪਈ ਹੈ ਸਾਡੇ ਮਾਂ-ਬਾਪ ਨੇ ਮਰ ਜਾਣਾ ਸਾਡੇ ਬੱਚੇ ਨੇ ਮਰ ਜਾਣਾ ਅਸੀਂ ਮਰ ਜਾਣਾ। ਇਹ ਗੱਲ ਸੱਚ ਹੈ ਇਹ 'ਚ ਕੋਈ ਝੂਠ ਨਹੀਂ ਆ। ਕਹਿੰਦੇ ਮਰਨਾ ਸੱਚ ਹੈਗਾ ਲੇਕਿਨ ਵਚਨ ਦੱਸਦਾ ਜਿਹੜਾ ਪ੍ਰਭੂ ਯੀਸ਼ੂ ਮਸੀਹ ਮਰੂਗਾ ਉਹ ਜੀਊਗਾ। ਹਾਲੇਲੂਇਆ ਹਾਲੇਲੂਇਆ। ਅਸੀਂ ਉਹ ਲੋਕ ਆ ਜਿਹੜੇ ਉਸ ਆਸ਼ਾ ਨੂੰ ਲੈ ਕੇ ਅਸੀਂ ਕੀ ਕਰਦੇ ਪਏ ਆ ਚੱਲਦੇ ਪਏ ਆ। ਲੇਕਿਨ ਸ਼ੈਤਾਨ ਕਹਿੰਦੇ ਬਹੁਤ ਚਲਾਕ ਆ। ਕਹਿੰਦੇ ਉਹ ਇੱਕ ਭੇੜੀ ਵਾਂਗ ਆਂਦਾ ਜੀਵਨ ਦੇ ਵਿੱਚ ਔਰ ਤੁਹਾਨੂੰ ਮਾਰ ਕੇ ਵੱਢ ਕੇ ਖਾਂਦਾ ਕਿਦਾਂ ਉਹ ਸਾਡੀ ਆਸ਼ਾ ਨੂੰ ਕੀ ਕਰਦਾ ਉਹ
ਖਰਾਬ ਕਰ ਦਿੰਦਾ ਹੈ। ਸਾਡੇ ਵਿਸ਼ਵਾਸ ਨੂੰ, ਜਿਹੜੀ ਆਸ਼ਾ ਸਾਨੂੰ ਖੁਦਾ ਦੇ ਉੱਪਰ ਹੈਗੀ ਹੈ, ਉਸ ਆਸ਼ਾ ਨੂੰ ਕੀ ਕਰਦਾ ਉਹ ਸਾਡੇ ਜੀਵਨ ਤੋਂ ਦੂਰ ਕਰ ਦਿੰਦਾ ਹੈ। ਲੇਕਿਨ ਵਚਨ ਕਹਿੰਦਾ ਜਿਹੜਾ ਤਾਂ ਇਨਸਾਨ ਖੁਦਾ ਤੋਂ ਡਰ ਰੱਖਦਾ ਹਮੇਸ਼ਾ, ਉਹਦਾ ਬਹੁਤ ਸਿੰਪਲ ਗੱਲਾਂ ਐ ਵਾਲੀਆਂ, ਬਹੁਤ ਔਖੀਆਂ ਗੱਲਾਂ ਨਹੀਂ ਹੈਗੀਆਂ। ਵਚਨ ਦੱਸਦਾ ਹੈ, ਕਹਿੰਦੇ ਪ੍ਰਭੂ ਦੀਆਂ ਗੱਲਾਂ ਬਹੁਤ ਸਿੰਪਲ ਆ। ਕੁਝ ਲੋਕ ਕਹਿੰਦੇ ਕਿ ਨਹੀਂ ਜੀ ਬਹੁਤ ਔਖੀਆਂ ਹੈ, ਪਰ ਮੈਂ ਕਹਿੰਦਾ ਔਖੀਆਂ ਨਹੀਂ ਹੈਗੀਆਂ। ਕਿਹਦੇ ਲਈ ਔਖੀਆਂ ਹੈਗੀਆਂ? ਜਿਹੜਾ ਨਹੀਂ ਚੱਲਣਾ ਚਾਹੁੰਦਾ, ਉਹਦੇ ਲਈ ਔਖੀਆਂ ਹੀ ਰਹਿਣੀਆਂ ਹਮੇਸ਼ਾ ਇਹ ਗੱਲਾਂ ਇਹ, ਕਿਉਂਕਿ ਉਹਦਾ ਜੀਵਨ ਆਪਣੀ ਫੈਸਲਾ ਹੈ ਨਹੀਂ ਹਾਲੇ ਤੱਕ। ਲੇਕਿਨ ਜਿਹਨੇ ਫੈਸਲਾ ਕਰ ਲਿਆ, ਉਹਦੇ ਵਾਸਤੇ ਪ੍ਰਭੂ ਕਹਿੰਦੇ ਮੈਂ ਉਹਦੇ ਰਸਤੇ ਨੂੰ ਕੀ ਕਰੂੰਗਾ? ਮੁਬਾਰਕ ਕਰੂੰਗਾ, ਰਸਤੇ ਆਸਾਨ ਬਣਾਉਂਗਾ। ਅਸੀਂ ਲਾਸਟ ਟਾਈਮ ਕੀ ਗੱਲ ਪੜ੍ਹੀ ਸੀਗੀ, ਜੇ ਤੁਹਾਨੂੰ ਕਿਸ ਨੂੰ ਯਾਦ ਹੋਵੇ, ਕਿ ਜਿਹੜੀ ਡਾਲੀ ਫਲ ਦਿੰਦੀ ਹੈ, ਪ੍ਰਭੂ ਕੀ ਕਹਿੰਦਾ ਕਿ ਮੈਂ ਉਹਨੂੰ ਹੋਰ ਫਲਵੰਤ ਕਰੂੰਗਾ। ਲੇਕਿਨ ਕਿਹਨੂੰ? ਜਿਹੜੀ ਡਾਲੀ ਫਲ ਦਿੰਦੀ ਪਈ ਹੈ, ਜਿਹੜਾ ਫੈਸਲਾ ਹੈਗਾ ਜੀਵਨ ਦਾ, ਉਹਨੂੰ ਪ੍ਰਭੂ ਕਹਿੰਦਾ ਕਿ ਮੈਂ ਹੋਰ ਫਲਵੰਤ ਕਰੂੰਗਾ, ਮੈਂ ਉਹਦੇ ਰਸਤੇ ਨੂੰ ਆਸਾਨ ਕਰੂੰਗਾ। ਲੇਕਿਨ ਮੇਰੇ ਭੈਣ ਭਰਾਵੋ, ਅਸੀਂ ਇਸ ਗੱਲ ਨੂੰ ਭੁੱਲਣਾ ਨਹੀਂ ਹੈਗਾ। ਮੈਂ ਅੱਜ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ ਵਚਨ ਦੇ ਰਾਹੀਂ, ਕਿਉਂਕਿ ਮੈਨੂੰ ਪ੍ਰਭੂ ਨੇ ਯਾਦ ਦਿਲਾਈ ਵਾਲੀ ਗੱਲ ਕਿ ਅਸੀਂ ਉਸ ਆਸ਼ਾ ਨੂੰ ਹਮੇਸ਼ਾ ਕੀ ਕਰਨਾ ਹੈ? ਫੜ ਕੇ ਰੱਖਣਾ ਹੈ। ਕਿਹੜੀ ਆਸ਼ਾ? ਆਈਏ ਅਸੀਂ ਉਸ ਗੱਲ ਨੂੰ ਪੜਾਂਗੇ। ਅਸੀਂ ਹੁਣੇ ਦੇਖਿਆ ਕਿ ਖੁਦਾਵੰਦ ਕਹਿੰਦਾ ਕਿ ਉਹ ਆਪਣੇ ਡਰਵਈਆਂ ਦੇ ਉੱਪਰ, ਜਿਹੜੇ ਉਹਦਾ ਡਰ ਰੱਖਦੇ ਹੈਗੇ ਆ, ਉਹਨਾਂ ਦੇ ਉੱਪਰ ਆਪਣੀ ਕਰੁਣਾ ਹਮੇਸ਼ਾ ਉਹਦੀ ਬਣੀ ਰਹਿੰਦੀ ਹੈ, ਔਰ ਉਹਨਾਂ ਨੂੰ ਬਚਾਊਗਾ। ਕਿਹੜੀ ਮ੍ਰਿਤਿਉ ਤੋਂ? ਜਿਹੜੀ ਮ੍ਰਿਤਿਉ ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ, ਨਰਕ ਦੀ ਅੱਗ ਜਿਹੜੀ ਹੈਗੀ ਹੈ। ਔਰ ਨਰਕ ਸੱਚਮੁੱਚ ਹੈਗਾ ਆ। ਕਈ ਲੋਕ ਨਹੀਂ ਵਿਸ਼ਵਾਸ ਕਰਦੇ, ਉਹ ਵੀ ਦੇਖਣਗੇ, ਤੇ ਜਿਹੜੇ ਵਿਸ਼ਵਾਸ ਕਰਦੇ ਉਹ ਵੀ ਦੇਖਣਗੇ। ਵਚਨ ਸਾਨੂੰ ਦੱਸਦਾ, ਕਹਿੰਦੇ ਜਦੋਂ ਪ੍ਰਭੂ ਨੇ ਆਪਣੀ ਗਲੋਰੀ ਚ ਆਉਣਾ ਆ, ਪ੍ਰਭੂ ਨੇ ਸਾਨੂੰ ਲੈ ਕੇ ਜਾਣਾ ਸੁਰਗ ਦੇ ਵਿੱਚ। ਜਿਹੜੇ ਲੋਕ ਉਹਦੇ ਡਰ ਮੰਨਦੇ ਆ, ਜਿਨ੍ਹਾਂ ਨੇ ਨਹੀਂ ਮੰਨਿਆ, ਉਹਨਾਂ ਨੂੰ ਵੀ ਦਿਖਾਣਾ ਸੁਰਗ ਪ੍ਰਭੂ ਨੇ, ਔਰ ਸਾਨੂੰ ਵੀ ਦਿਖਾਣਾ ਨਰਕ। ਕਿਉਂ? ਪ੍ਰਭੂ ਨੇ ਸਾਨੂੰ ਇਹ ਦਿਖਾਣਾ ਕਿ ਮੈਂ ਤੁਹਾਨੂੰ ਕਿੱਥੋਂ ਬਚਾਇਆ ਹੈ, ਕਿਹੜੀ ਵਿਪਤਾ ਤੋਂ ਬਚਾ ਲਿਆ ਤੁਹਾਨੂੰ। ਔਰ ਕਹਿੰਦੇ ਜਿਨ੍ਹਾਂ ਨੇ ਨਹੀਂ ਮੰਨਣਾ, ਉਹਨਾਂ ਨੂੰ ਇਹ ਦਿਖਾਣਾ ਕਿ ਤੁਸੀਂ ਕਿਹੜੀ ਚੀਜ਼ ਤੁਸੀਂ ਗਵਾ ਦਿੱਤੀ ਹੈ। ਦੋਨਾਂ ਲੋਕਾਂ ਨੂੰ, ਦੋਨਾਂ ਤਰ੍ਹਾਂ ਦੇ ਇਨਸਾਨ ਨੂੰ ਖੁਦਾ ਨੇ ਸਵਰਗ ਤੇ ਨਰਕ ਦਿਖਾਣਾ ਹੈ ਇੱਕ ਵਾਰੀ। ਲੇਕਿਨ ਜਿਹੜੀ ਅੱਜ ਦੀ ਗੱਲ ਜਿਹੜੀ ਹੈਗੀ ਆ, ਅਸੀਂ ਇਹ ਦੇਖਣੀ ਕਿ ਅੱਜ ਜਿਹੜੀ ਸਾਡੀ ਆਸ਼ਾ ਹੈਗੀ ਆ, ਅਸੀਂ ਕਿਉਂ ਇਕੱਠੇ ਹੁੰਨੇ ਚਰਚ ਦੇ ਵਿੱਚ? ਅਸੀਂ ਇੱਥੇ ਆ ਕੇ ਅਸੀਂ ਭਜਨ ਗਾਣੇ ਪਏ ਆ, ਗੀਤ ਗਾਣੇ ਪਏ। ਕੀ ਕਾਰਨ ਕੀ ਉਹਦਾ ਹੈਗਾ ਆ? ਉਹਦਾ ਮੂਲ ਕਾਰਨ ਇਹ ਹੈ ਕਿ ਅਸੀਂ ਵਿਸ਼ਵਾਸ ਕੀਤਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਕੀ ਦਿੱਤੀ ਹੈ? ਜਾਨ ਦਿੱਤੀ ਹੈ। ਔਰ ਉਹ ਮੁਰਦਿਆਂ ਵਿੱਚੋਂ ਉਹ ਤੀਸਰੇ ਦਿਨ ਕੀ ਹੋਏ? ਉਹ ਜੀਵਿਤ ਹੋਏ। ਤੇ ਹੁਣ ਅਸੀਂ ਕੀ ਵੇਟ ਕਰਦੇ ਪਏ ਕਿ ਪ੍ਰਭੂ ਯਿਸੂ ਮਸੀਹ ਬਦਲਾਂ ਵਿੱਚੋਂ ਫੇਰ ਆਣਗੇ। ਤੇ ਇਹ ਸਾਡੀ ਆਸ਼ਾ ਆ। ਅਸੀਂ ਆਸ ਵਿੱਚ ਬੈਠੇ ਆ ਕਿ ਪ੍ਰਭੂ ਯਿਸੂ ਮਸੀਹ ਆਣਗੇ ਤੇ ਸਾਨੂੰ ਕੀ ਕਰਨਗੇ? ਆਪਣੇ ਨਾਲ ਲੈ ਕੇ ਜਾਣਗੇ। ਤੇ ਜੇ ਮੈਂ ਮਰ ਗਿਆ ਤੇ ਮੈਂ ਜੀ ਉੱਠੂਗਾ, ਤੇ ਜੇ ਮੈਂ ਨਹੀਂ ਮਰੇ ਤੇ ਮੈਂ ਅਸਮਾਨ ਦੇ ਵਿੱਚ ਉਠਾ ਲਿਆ ਜਾਊਂਗਾ। ਹਾਲੇਲੂਇਆ। ਆਮੀਨ। ਇਹ ਆਸ਼ਾ ਜਿਹੜੀ ਹੈਗੀ ਆ, ਇਹ ਆਸ਼ਾ ਅਸੀਂ ਲਾ ਕੇ ਅਸੀਂ ਬੈਠੇ ਪਏ, ਲੇਕਿਨ ਅਸੀਂ ਉਹਦੇ ਮੁਤਾਬਿਕ ਆਪਣੇ ਜੀਵਨ ਨੂੰ ਹਲੇ ਵੀ ਅਸੀਂ ਨਹੀਂ ਚਲਾ ਰਹੇ। ਮੇਰੇ ਭੈਣ ਭਰਾਵੋ, ਇਹ ਸੱਚ ਹੈ। ਇਹ ਚੈਲੰਜ ਹਮੇਸ਼ਾ ਬਣਿਆ ਰਹਿੰਦਾ। ਲੇਕਿਨ ਅਸੀਂ ਕੀ ਕਰਨਾ ਹੈ? ਅਸੀਂ ਵਚਨ ਦੇ ਅਨੁਸਾਰ ਆਪਣੇ ਜੀਵਨ ਦੇਖਣਾ ਕਿ ਕਿਹੜੇ ਲੋਕ ਹੈਗੇ ਆ। ਜੇ ਮੇਰੇ ਮਨ 'ਚ ਡਰ ਨਹੀਂ ਹੈਗਾ, ਮੈਂ ਆਪਣੇ ਆਪ ਨੂੰ ਚੈੱਕ ਕਰ ਸਕਦਾ। ਕਿੱਦਾਂ? ਜੇ ਮੈਂ ਪ੍ਰਾਰਥਨਾ ਨਹੀਂ ਕਰਦਾ ਪਿਆ, ਮਤਲਬ ਮੈਂ ਖੁਦਾ ਤੋਂ ਕੋਈ ਡਰ ਨਹੀਂ ਹੈਗਾ ਮੈਨੂੰ। ਇਹ ਤਾਂ ਸਿੰਪਲ ਸ਼ਬਦਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਜੱਜ ਕਰ ਸਕਦੇ ਹਾਂ। ਅਸੀਂ ਵਚਨ ਲਿਖਿਆ, ਕਹਿੰਦੇ ਆਤਮਿਕ ਜਿਹੜਾ ਮਨੁੱਖ ਹੈਗਾ ਉਹਦੀ ਜਾਂਚ ਕੋਈ ਨਹੀਂ ਕਰ ਸਕਦਾ, ਕਿਉਂਕਿ ਉਹਦੀ ਜਾਂਚ ਉਹ ਆਪਣੇ ਆਪ ਕਰਦਾ ਹੈ। ਕਿਉਂਕਿ ਪਵਿੱਤਰ ਆਤਮਾ ਦੇ ਅਨੁਸਾਰ, ਬਾਈਬਲ ਦੇ ਅਨੁਸਾਰ ਉਸ ਬੰਦੇ ਨੂੰ ਚੈਨ ਨਹੀਂ ਆਉਗੀ ਕਦੀ ਵੀ। ਉਹਦੇ ਅੰਦਰ ਇੱਕ ਲੱਗੀ ਰਹੂਗੀ ਅੱਗ ਕਿ ਹਾਏ ਕਿ ਮੈਂ ਪ੍ਰਾਰਥਨਾ ਨਹੀਂ ਕੀਤੀ, ਹਾਏ ਮੈਂ ਵਚਨ ਨਹੀਂ ਪੜਿਆ, ਮੈਂ ਲਾਸ ਕਰ ਗਿਆ, ਮੇਰਾ ਦਿਨ ਖਰਾਬ ਹੋ ਗਿਆ, ਮੇਰਾ ਸਮਾਂ ਖਰਾਬ ਹੋ ਗਿਆ। ਉਹ ਹਮੇਸ਼ਾ ਉਹਦੇ ਦਿਲ 'ਚ ਇਦਾਂ ਦੀ ਭਾਵਨਾਵਾਂ ਆਉਣਗੀਆਂ। ਦੋ ਤਰ੍ਹਾਂ ਦੀ ਉਦਾਸੀ ਆ ਅਸੀਂ ਦੇਖਦੇ ਵਚਨ ਦੇ ਵਿੱਚ। ਇੱਕ ਕਹਿੰਦੇ ਐਸੀ ਉਦਾਸੀ ਹੈਗੀ ਜਿਹੜੀ ਤੁਹਾਨੂੰ ਖੁਦਾ ਦੇ ਨਜ਼ਦੀਕ ਲੈ ਕੇ ਜਾਂਦੀ ਹੈ, ਔਰ ਇੱਕ ਐਸੀ ਉਦਾਸੀ ਹੈ ਕਿ ਜਿਹੜੀ ਇਨਸਾਨ ਨੂੰ, ਜਿਹੜੀ ਸੰਸਾਰਿਕ ਉਦਾਸੀ ਹੈਗੀ ਹੈ, ਉਹ ਇਨਸਾਨ ਨੂੰ ਕਿੱਧਰ ਲੈ ਕੇ ਜਾਂਦੀ ਹੈ? ਮ੍ਰਿਤਿਉ ਵੱਲ। ਉਹਨੂੰ ਇਹੀ ਹੈ ਕਿ ਹਾਏ ਮੈਂ ਆਪਣਾ ਜੌਬ ਨਹੀਂ ਕੀਤੀ ਪੂਰੀ, ਹਾਏ ਮੇਰੇ ਪੈਸੇ ਨਹੀਂ ਬਣੇ, ਮੈਂ ਕੀ ਕਰਾਂ, ਮੇਰਾ ਜਿਹੜਾ ਬਿਜ਼ਨਸ ਲਾਸ ਵਿੱਚ ਜਾ ਰਿਹਾ। ਉਹਦੀ ਉਦਾਸੀ ਇਹੀ ਹੈ। ਉਹਦੀ ਜੌਬ, ਮੈਂ ਘਰ ਬਣਾਉਣਾ, ਮੈਂ ਕਾਰਾਂ ਲੈਣੀਆਂ, ਮੈਂ ਆਹ ਕਰਨਾ, ਉਹਦੀ ਉਦਾਸੀ ਹੈ ਇਹ। ਲੇਕਿਨ ਇੱਕ ਉਦਾਸੀ ਇਹੋ ਜਿਹੀ ਹੈਗੀ ਹੈ ਜਿਹੜੀ ਕਹਿੰਦੀ ਕਿ ਹਾਏ ਮੈਂ ਅੱਜ ਪ੍ਰਾਰਥਨਾ ਨਹੀਂ ਕੀਤੀ, ਮੇਰੇ ਜੀਵਨ ਦੇ ਵਿੱਚ ਮੈਂ ਅੱਜ ਵਚਨ ਨਹੀਂ ਪੜਿਆ, ਮੈਂ ਲਾਸ ਕਰ ਗਿਆ ਸਮਾਂ ਆਪਣਾ, ਉਹ ਮੇਰਾ ਦਿਨ ਖਰਾਬ ਹੋ ਗਿਆ। ਉਹ ਉਦਾਸੀ ਵੀ ਹੈਗੀ। ਉਹ ਸਾਨੂੰ ਖੁਦਾ ਦੇ ਕੀ ਕਰਦੀ ਹੈ? ਸਾਨੂੰ ਹੋਰ ਨਜ਼ਦੀਕ ਲੈ ਕੇ ਜਾਂਦੀ ਹੈ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਆਮੀਨ। ਜਦੋਂ ਅਸੀਂ ਇਸ ਗੱਲ ਨੂੰ ਦੇਖਦੇ ਹਾਂ, ਜਦੋਂ ਅਸੀਂ ਆਸ਼ਾ ਦੀ ਗੱਲ ਕਰਦੇ ਹਾਂ, ਆਸ਼ਾ ਦਾ ਅਸਲੀ ਮਤਲਬ ਕੀ ਹੈਗਾ? ਜਿਵੇਂ ਅਸੀਂ ਇਸ ਗੱਲ ਤੇ ਗੱਲ ਕਰੀਏ, ਮੈਂ ਤੁਹਾਨੂੰ ਪੁੱਛਾਂ ਨਾ ਕਿਸੇ ਨੂੰ, ਹੋਪ। ਵੈਰੀ ਗੁੱਡ। ਹੋਪ ਦਾ ਮਤਲਬ ਕੀ ਹੈਗਾ ਐਕਚੁਅਲੀ? ਐਕਸਪੈਕਟੇਸ਼ਨ। ਹੋਪ ਨੂੰ ਅਸੀਂ ਦੇਖ ਸਕਦੇ ਹਾਂ ਕਿ ਹੋਪ ਜਿਹੜੀ ਹੈਗੀ ਉਹ ਆਪਣੇ ਆਪ ਦੇ ਵਿੱਚ ਭਵਿੱਖ ਦੱਸਦੀ ਹੈ। ਭਵਿੱਖ। ਹਾਲੇਲੂਇਆ। ਮਤਲਬ ਜੇ ਆਸ਼ਾ ਕਰਦੇ ਹਾਂ, ਅਸੀਂ ਆਸ਼ਾ ਕਿਹਦੀ ਕਰਦੇ ਹਾਂ? ਜਿਹੜੀ ਚੀਜ਼ ਸਾਨੂੰ ਮਿਲੀ ਨਹੀਂ ਹੈਗੀ ਹਲੇ ਤੱਕ। ਅਸੀਂ ਉਹ ਦੇਖਦੇ ਪਏ ਜੋ ਸਾਨੂੰ ਹਲੇ ਤੱਕ ਮਿਲਿਆ ਨਹੀਂ ਹੈ, ਲੇਕਿਨ ਅਸੀਂ ਆਸ਼ਾ ਕਰਦੇ ਪਏ। ਉਹ ਚੀਜ਼ ਅਸੀਂ ਕਿੱਥੇ ਦੇਖਦੇ ਪਏ ਹਾਂ?
ਪ੍ਰੈਜ਼ੈਂਟ ਵਿੱਚ ਜਾਂ ਪਾਸਟ ਵਿੱਚ, ਕਿ ਕਿੱਥੇ ਦੇਖਦੇ ਵੀ ਅਸੀਂ ਉਹ ਸਾਨੂੰ ਚੀਜ਼ ਫਿਊਚਰ ਵਿੱਚ ਦੇਖਦੇ ਹਾਂ ਅਸੀਂ ਉਸ ਗੱਲ ਨੂੰ। ਆਸ਼ਾ ਦਾ ਮਤਲਬ ਇਹੀ ਹੈ ਕਿ ਮਤਲਬ ਭਵਿੱਖ, ਆਉਣ ਵਾਲਾ ਸਮਾਂ, ਇਹਦਾ ਮਤਲਬ ਇਹੀ ਆਸ਼ਾ। ਹਾਲੇਲੂਇਆ। ਐਸਾ ਕੁਝ ਜੋ ਸਾਨੂੰ ਹਲੇ ਮਿਲਿਆ ਨਹੀਂ ਹੈ ਲੇਕਿਨ ਸਾਨੂੰ ਉਹ ਮਿਲਣ ਵਾਲਾ ਹੈ। ਅਸੀਂ ਪੜਾਂਗੇ ਰੋਮੀਓ ਦਾ ਖਤ ਪੜਾਂਗੇ ਅਸੀਂ ਜੀ, ਅਸੀਂ ਉਹਦਾ 8 ਅਧਿਆਇ ਜਾਵਾਂਗੇ, ਅਸੀਂ ਉਹਦੀ 24 ਤੇ 25 ਐਤ ਪੜਾਂਗੇ, ਕਿਉਂਕਿ ਬਾਈਬਲ ਸਾਨੂੰ ਇੱਕ ਐਸੀ ਆਸ਼ਾ ਬਾਰੇ ਦੱਸਦੀ ਹੈ ਜਿਹੜੀ ਆਸ਼ਾ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਕਰਨ ਨਾਲ ਮਿਲਦੀ ਹੈ। आशा के द्वारा तो हमारा उद्धार हुआ है। ਬਸ ਕਹਿੰਦੇ ਆਸ਼ਾ ਕੇ ਦੁਆਰਾ ਤੋਂ ਹਮਾਰਾ उद्धार हुआ है। ਸਾਡਾ ਉਧਾਰ ਜਿਹੜਾ ਹੈਗਾ ਕਿੱਦਾਂ ਹੋਇਆ? ਉਹ ਆਸ਼ਾ ਦੁਆਰਾ। ਅਸੀਂ ਕਿੱਦਾਂ ਸਾਡਾ ਉਧਾਰ ਹੋ ਗਿਆ? ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ ਉਸੇ ਦਿਨ ਸਾਡੀ ਰੂਹ ਦਾ ਕੀ ਹੋ ਜਾਂਦਾ ਹੈ? ਉਧਾਰ ਹੋ ਜਾਂਦਾ ਉਸੇ ਦਿਨ ਨਹੀਂ। ਲੇਕਿਨ ਅਸੀਂ ਕਿੱਦਾਂ? ਕਿਉਂਕਿ ਪ੍ਰਭੂ ਯਿਸੂ ਮਸੀਹ ਹਲੇ ਆਏ ਨਹੀਂ ਦੁਨੀਆ ਦੇ ਉੱਪਰ, ਉਹ ਆਉਣ ਵਾਲੀ ਹੈ। ਇਹੀ ਸਾਡੀ ਆਸ਼ਾ ਜਿਹੜੀ ਬਣ ਕੇ ਸਾਡਾ ਉਧਾਰ ਬਣ ਜਾਂਦੀ ਹੈ। ਅਗਲੀ ਪੜਾਂਗੇ ਅਸੀਂ। परंतु जिस वस्तु की आशा की जाती है, हाँ, जब वह देखने में आए तो फिर आशा कहाँ रही? ਕਹਿੰਦਾ ਜਿਹੜੀ ਗੱਲ ਦੀ ਤੁਸੀਂ ਆਸ਼ਾ ਕਰਦੇ ਪਏ ਆ, ਅਸੀਂ ਇੱਕ ਉਮੀਦ ਕਰ ਰਹੇ ਹਾਂ ਕਿ ਹਾਂ ਸਾਨੂੰ ਆ ਚੀਜ਼ ਮਿਲ ਗਈ। ਜਦੋਂ ਤੁਹਾਨੂੰ ਮਿਲ ਜਾਂਦੀ ਆ ਤੇ ਫਿਰ ਸਾਡੇ ਦੱਸੋ ਸਾਨੂੰ ਉਹਨੂੰ ਫਿਰ ਸਾਡੇ ਮਨ 'ਚ ਉਹਦੀ ਰਹਿੰਦੀ ਫੀਲਿੰਗ, ਆਸ਼ਾ ਰਹਿੰਦੀ ਨਹੀਂ, ਕਿਉਂਕਿ ਉਹ ਸਾਨੂੰ ਮਿਲ ਚੁੱਕੀ ਹੈ। ਉਹ ਸਾਡੇ ਕੋਲ ਆ ਚੁੱਕੀ ਹੈ, ਅਸੀਂ ਉਹਨੂੰ ਦੇਖ ਲਿਆ ਹੈ। ਸਾਡੀਆਂ ਅੱਖਾਂ ਦੀ ਜਿਹੜੀ ਉਹ ਆਸ਼ਾ ਸੀਗੀ ਉਹ ਕੀ ਹੋ ਗਈ? ਉਹ ਸਾਡੇ ਦਿਲ ਦੀ ਆਸ਼ਾ ਉਹ ਖਤਮ ਹੋ ਗਈ, ਫਿਨਿਸ਼ ਹੋ ਗਈ, ਕੰਪਲੀਟ ਹੋ ਗਈ। ਕਹਿੰਦਾ ਜਿਹੜੀ ਚੀਜ਼ ਹੈ ਨਹੀਂ ਹਲੇ ਤੱਕ ਉਹਦੀ ਆਸ਼ਾ ਰੱਖਣਾ। ਅੱਗੇ बढ़ांगे जी, बहुत अच्छा लिखा है। क्योंकि जिस वस्तु को कोई देख रहा है, हाँ, उसकी आशा क्या करेगा? ਕਹਿੰਦਾ ਜਿਹੜੀ ਗੱਲ ਅਸੀਂ ਦੇਖਦੇ ਪਏ ਆਲਰੇਡੀ, ਹੁਣ ਜੇ ਪ੍ਰਭੂ ਯਿਸੂ ਸਾਹਮਣੇ ਆ ਜਾਣ ਤੇ ਸਾਡੀ ਆਸ਼ਾ ਕੀ ਹੋਗੀ? ਫਿਰ ਸਾਡੀ ਆਸ਼ਾ ਪੂਰੀ ਹੋਗੀ ਨਾ ਫਿਰ, ਕਿਉਂਕਿ ਸਾਹਮਣੇ ਆ ਗਏ ਪ੍ਰਭੂ ਜੀ। ਅਸੀਂ ਵੇਟ ਕਰ ਰਹੇ ਹਾਂ, ਅਸੀਂ ਦੇਖਦੇ ਪਏ ਹਾਂ, ਹਾਲੇ ਅਸੀਂ ਵੇਟ ਕਰ ਰਹੇ ਕਿ ਆਉਣ ਵਾਲੇ ਆ, ਲੇਕਿਨ ਹੁਣ ਅਸੀਂ ਦੇਖ ਲਿਆ ਉਹਨਾਂ ਨੂੰ ਤੇ ਉਹ ਸਾਡੀ ਆਸ਼ਾ ਕੀ ਹੋਗੀ? ਉਹ ਪੂਰੀ ਹੋ ਚੁੱਕੀ ਹੈ। ਹੁਣ ਸਾਨੂੰ ਪ੍ਰਭੂ ਜੀ ਦੀ ਆਸ਼ਾ ਨਹੀਂ ਰਹੀ, ਕਿਉਂਕਿ ਸਾਨੂੰ ਸਾਡਾ ਖੁਦਾ ਮਿਲ ਗਿਆ ਹੈ। लेकिन इत्थे पौलुस की कहता है, देखिए हाँ जी पढ़िए आगे। परंतु जिस वस्तु को हम नहीं देखते, हाँ, यदि उसकी आशा रखते हैं तो धीरज से उसकी बाट जोते भी हैं। कहता परंतु जिस वस्तु को हम नहीं देखते, यदि उसकी आशा रखते हैं, जैसे हम प्रभु ने देखते नहीं है हाले तक, तब तक ਅਸੀਂ ਉਹਦੀ ਕੀ ਕਰਦੇ ਪਏ? ਅਸੀਂ ਉਹਦੀ ਆਸ਼ਾ ਰੱਖੀ ਹੋਈ। ਤੁਹਾਨੂੰ ਸਭ ਨੂੰ ਸਮਝ ਆ ਰਹੀ? ਤੁਹਾਨੂੰ ਸਭ ਨੂੰ ਮਿਲੀ? ਹਾਲੇਲੂਇਆ। ਕਈ ਮੇਰੇ ਭੈਣਾਂ ਨੂੰ ਸੁਸਤੀ ਪੈ ਰਹੀ, ਅਸੀਂ ਜੋਰ ਦੇ ਨਾਲ ਲਵਾਂਗੇ। ਹਾਲੇਲੂਇਆ। जोर से ਅਸੀਂ ताली मारांगे खुदा दे ਲਈ। कोई गल नहीं, नींद भी आनी चाहिए विच विच, है ना? क्योंकि यही गल हैगी आ, बहुत लोगों ਨੂੰ, ਮੇਰੇ ਸਾਰੇ ਭੈਣ ਭਰਾਵਾਂ ਨੂੰ ਇਹ ਸਮੱਸਿਆ ਹੈ ਕਿ ਜਦੋਂ ਵੀ ਬਚਨ ਪੜ੍ਹਦੇ ਨਾ ਜਾਂ ਸੁਣਦੇ ਆ, ਉਹਨਾਂ ਨੂੰ ਗਹਿਰੀ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈਗਾ? ਉਹਦਾ ਕਾਰਨ ਹੈਗਾ ਵੀ ਉਹ ਬਚਨ ਨੇ ਤੁਹਾਡੇ ਜੀਵਨ ਦੇ ਵਿੱਚ ਬਦਲਾਵ ਲੈ ਕੇ ਆਉਣਾ ਹੁੰਦਾ ਹੈ ਤੇ ਸਾਨੂੰ ਨੀਂਦ ਆ ਜਾਂਦੀ, ਤਾਂ ਕਿ ਉਹ ਸਾਡਾ ਬਚਨ ਸਾਡੇ ਅੰਦਰ ਠਹਿਰੇ ਨਾ। ਸ਼ੈਤਾਨ ਬਹੁਤ ਚਲਾਕ ਆ, ਉਹਨੂੰ ਇੱਧਰ ਤੁਸੀਂ ਭਜਾਇਆ ਕਰੋ ਤਾਲੀ ਮਾਰ ਕੇ। ਅਸੀਂ ਫੇਰ ਜ਼ੋਰ ਤਾਲੀ ਮਾਰਾਂਗੇ ਅਸੀਂ, ਜ਼ੋਰ ਦੀ। ਹਾਲੇਲੂਇਆ। ਠੀਕ ਹੈ ਜੀ, ਤਾਂ ਕਿ ਤੁਹਾਨੂੰ ਸਾਨੂੰ ਚੁਸਤੀ ਵੀ ਆ ਜਾਵੇ ਔਰ ਸ਼ੈਤਾਨ ਵੀ ਭੱਜ ਜਾਵੇ। प्रेज़ द लॉर्ड। कहना जिस वस्तु को हम देख नहीं सकते, यदि उसकी आशा करते हैं तो उसकी आशा हम कैसे करेंगे? धीरज के साथ। और हम उसकी बाट जो हैंगे, बाट मतलब कि ਅਸੀਂ वेट करांगे, लेकिन बड़े धीरज ਦੇ ਨਾਲ ਜੀ ਆਪਣੇ ਮਨ ਨੂੰ ਬੜੇ ਪੇਸ਼ੈਂਸ ਰੱਖ ਕੇ ਅਸੀਂ ਉਹਦੀ ਵੇਟ ਕਰਨੀ ਹੈ। ਹਾਲੇਲੂਇਆ। ਹਾਲੇਲੂਇਆ। ਪਹਿਲਾ ਥੈਸਲੋਨੀਓ ਅਸੀਂ ਉਹਦੀ 5 ਚੈਪਟਰ ਤੇ ਅਸੀਂ ਉਹਦੀ 8 ਜਿਹੜੀ ਵਰਸ ਪੜਾਂਗੇ। ਪਰ ਅਸੀਂ ਜਦੋਂ ਦਿਨ ਦੇ ਹਾਂ ਤਾਂ ਨੇਚਾ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ ਰਹੀਏ। बहुत अच्छी गल। इन इंग्लिश पढ़ेंगे फिर एक बार। पर हम तो दिन के हैं। कहना पर हम तो दिन के हैं। किन्ना लोकां बारे गल कर रहे हैं पौलुस? ਉਹ ਗੱਲ ਕਰਦੇ ਪਏ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਖੁਦਾਵੰਦ ਦੇ ਉੱਪਰ ਵਿਸ਼ਵਾਸ ਕਰਕੇ ਵਿਸ਼ਵਾਸੀ ਬਣ ਚੁੱਕੇ, ਯਾਨੀ ਕਿ ਅਸੀਂ ਲੋਕ। ਹਾਲੇਲੂਇਆ। ਕਹਿੰਦਾ ਜਬ ਹਮ ਦਿਨ ਕੇ हैं, ਜਦੋਂ ਅਸੀਂ ਵਿਸ਼ਵਾਸੀ ਬਣ ਜਾਂਦੇ ਆ ਤਾਂ ਅਸੀਂ ਫਿਰ ਦਿਨ ਦੀ ਸੰਤਾਨ ਬਣ ਜਾਂਦੇ। ਦਿਨ ਦਾ ਮਤਲਬ ਕੀ ਹੈਗਾ? दिन का मतलब की है रोशनी, जिसे सानू सब कुछ सानू स्पष्ट सानू की करता है, सानू दिखाई दिंदा है साफ साफ। नेरे दी संतान ही वचन दसदा, कहंदे तुसीं दिन दी संतान आ, तुसीं नेरे दी संतान नहीं हैगे। हालेलुया। ਅਸੀਂ दिन दी संतान आ। खुदावंद कहंदा मैं इस जगत की हैगा रोशनी आ, और सानू भी रोशनी किया खुदा ने। ते जे ਅਸੀਂ दिन ਦੀ ਸੰਤਾਨ ਆ ਤੇ ਅਸੀਂ ਵੀ ਕਿੱਦਾਂ ਚੱਲਦੇ ਪਏ ਆ? ਸਾਨੂੰ ਸਭ ਕੁਝ ਦਿਖਦਾ ਪਿਆ ਹੈ। ਅੰਨੇ ਨਹੀਂ ਹੈਗੇ ਅਸੀਂ, ਨਾ ਅਸੀਂ ਨੇਰੇ ਚੱਲਦੇ ਪਏ ਕਿ ਅਸੀਂ ਇਦਾਂ ਲੱਭੀਏ ਨਾ। वचन दसदा कि तुसी दिन दी संतान आ। द्वारा पढ़ेंगे, सुनो ना। हम तो दिन के हैं। कहता हम तो दिन के हैं। विश्वास और प्रेम की झिलम पहन। देखिए कहता विश्वास दी तुसी की करनी, तुसी
ਪ੍ਰੇਮ ਤੇ ਝਿਲਮ ਪੈਂਦਾ। ਹਾਂਜੀ, ਝਿਲਮ ਕਹਿੰਦੇ, ਝਿਲਮ ਕੀ ਹੁੰਦੀ ਹੈ? ਝਿਲਮ ਹੁੰਦੀ ਹੈ ਕਿ ਜਦੋਂ ਅਸੀਂ ਜਦੋਂ ਆਪਣੀ ਬੋਡੀ ਨੂੰ ਪ੍ਰੋਟੈਕਟ ਕਰਦੇ ਕੀ ਕਹਿੰਦੇ ਉਹਨੂੰ ਭਲਾ? ਕਵਚ। ਹਾਂਜੀ, ਕਵਚ। ਤੁਸੀਂ ਕਹਿੰਦੇ ਵਿਸ਼ਵਾਸ ਦਾ ਕੀ ਪਾਣਾ? ਤੁਸੀਂ ਕਵਚ ਕਵਚ। ਪਾਣਾ। ਵਿਸ਼ਵਾਸ ਕੀ? ਵਿਸ਼ਵਾਸ ਦਾ ਮਤਲਬ ਕਿ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ, ਮੈਂ ਉਹ ਕਵਰ ਆਪਣੇ ਉੱਪਰ ਪਾ ਲਿਆ। ਦੂਜਾ ਕੀ ਹੈਗਾ ਫਿਰ ਉਸ ਤੋਂ ਬਾਅਦ ਚੋਂ? और उद्धार की आशा, ना। प्रेम की झिलम। ਵਿਸ਼ਵਾਸ ਤੇ ਪ੍ਰੇਮ ਦੀ ਅਸੀਂ ਝਿਲਮ ਪਾਣੀ ਆਪਣੇ ਉੱਪਰ। ਉਹ ਉਸ ਤੋਂ ਬਾਅਦ ਚ ਦੇਖੀਏ ਕੀ ਕਹਿੰਦਾ ਫਿਰ ਉਹ। उद्धार की आशा का टोप पहन के ਉਧਾਰ ਕੀ ਆਸ਼ਾ ਦਾ ਟੋਪ ਕੀ ਹੁੰਦਾ ਭਲਾ? ਟੋਪੀ ਹੋ ਗਈ ਜਿਹੜਾ ਕਵਰ ਕਰਦਾ ਹੈ ਟੋਪ। ਉਹ ਕਾਹਦਾ ਭਲਾ ਟੋਪ? राज। ਉਹ ਟੋਪ ਕਰ ਗਿਆ ਆਸ਼ਾ, ਉਧਾਰ ਦੀ ਆਸ਼ਾ। ਯਾਨੀ ਕਿ ਮੈਂ ਇਹ ਵਿਸ਼ਵਾਸ ਕੀਤਾ ਕਿ ਮੈਨੂੰ ਉਧਾਰ ਮਿਲ ਚੁੱਕਾ ਹੈ। ਮੈਂ ਹੁਣ ਕੀ ਹੋ ਗਿਆ? ਮੈਂ ਪ੍ਰਭੂ ਦੇ ਵਿੱਚ ਬਚਾਇਆ ਗਿਆ ਤੇ ਮੈਨੂੰ ਹੁਣ ਆਸ਼ਾ ਆ ਕਿ ਮੈਂ ਇੱਕ ਦਿਨ ਕਿੱਥੇ ਜਾਊਂਗਾ ਭਲਾ? खुदा दे घर। ਖੁਦਾ ਦੇ ਘਰ ਚ ਜਾਊਂਗਾ। ਇਹ ਉਹੀ ਆਸ਼ਾ ਆ। ਮੈਂ ਉਸੇ ਆਸ਼ਾ ਦੀ ਗੱਲ ਕਰਦਾ ਪਿਆ ਕਿ ਅਸੀਂ ਆਸ਼ਾ ਦਾ ਜਿਹੜਾ ਟੋਪ ਹੈਗਾ ਉਹ ਪਾ ਕੇ ਚੱਲਣਾ ਆ। ਲੇਕਿਨ ਸ਼ੈਤਾਨ ਕਰਦਾ, ਸ਼ੈਤਾਨ ਸਾਡੇ ਸਿਰ ਤੋਂ ਇੱਕ ਮੁੱਕਾ ਮਾਰਦਾ ਤੇ ਉਹ ਆਸ਼ਾ ਟੋਪ ਕਿਤੇ ਡਿੱਗਿਆ ਨਾ, ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਗਿਆ ਉਹ ਆਸ਼ਾ ਟੋਪ। ਅਸੀਂ ਕਦੇ ਸੋਚਦੇ ਨਹੀਂ। ਅਸੀਂ ਕਹਿੰਦੇ ਨਹੀਂ, ਖੁਦਾ ਮੇਰੇ ਜੀਵਨ ਦੇ ਵਿੱਚ ਕੁਝ ਨਹੀਂ ਕਰਦਾ ਪਿਆ। ਅਸੀਂ ਖੁਦਾ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਸ਼ੈਤਾਨ ਸਾਡੇ ਮੂੰਹ ਦੇ ਵਿੱਚੋਂ ਪਾਪ ਕਰਾਂਦਾ, ਭੈੜੇ ਭੈੜੇ ਗੱਲਾਂ ਸਾਡੇ ਮੂੰਹ ਦੇ ਵਿੱਚੋਂ ਕਹਾਂਦਾ ਹੈ। ਅਸੀਂ ਉਸ ਵਿਸ਼ਵਾਸ ਨੂੰ ਭੁੱਲ ਜਾਂਦੇ ਕਿ ਮੈਂ ਵਿਸ਼ਵਾਸ ਦਾ ਮੈਂ ਝਿਲਮ ਪਾਈ ਹੋਈ ਆ। ਠੀਕ ਹੈ ਜੀ। ਵਿਸ਼ਵਾਸ ਔਰ ਪ੍ਰੇਮ। ਪ੍ਰੇਮ ਦਾ ਮਤਲਬ ਕੀ ਹੈਗਾ? ਇੱਥੇ ਉਹ ਪ੍ਰੇਮ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਪ੍ਰਭੂ ਯੀਸ਼ੂ ਮਸੀਹ ਨੇ ਸਾਡੇ ਨਾਲ ਕੀਤਾ। ਪ੍ਰਭੂ ਕਹਿੰਦਾ ਕਿ ਜੋ ਮੈਂ ਕੀਤਾ ਆ ਤੁਸੀਂ ਵੀ ਉਹੀ ਕਰੋ। ਅਸੀਂ ਕਿੱਦਾਂ ਕਰ ਸਕਦੇ ਹਾਂ ਉਹ? ਮੈਂ ਤਾਂ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਪਤਾ ਹੈ ਕਿ ਇਨਸਾਨ ਨੂੰ ਪਿਆਰ ਕਰਨਾ ਬਹੁਤ ਔਖਾ ਆ। ਲੇਕਿਨ ਖੁਦਾਵੰਦ ਦਾ ਪਵਿੱਤਰ ਆਤਮਾ ਹੈ ਜਿਹੜਾ ਮੇਰੇ ਦਿਲ ਦੇ ਵਿੱਚ ਉਹ ਪੈਦਾ ਕਰਦਾ ਗੱਲਾਂ ਕਿ ਨਹੀਂ, ਤੂੰ ਉਸ ਭੈਣ ਭਰਾ ਨੂੰ ਪਿਆਰ ਕਰਨਾ ਆ। ਪਿਆਰ ਦਾ ਮਤਲਬ ਕੀ ਹੈਗਾ ਆ? ਇਹ ਨਹੀਂ ਕਿ ਤੁਸੀਂ ਲੋਕਾਂ ਦੇ ਪਿੱਛੇ ਘੁੰਮੋ। ਇਹ ਪਿਆਰ ਦਾ ਮਤਲਬ ਨਹੀਂ ਹੈਗਾ ਜਾਂ ਤੁਸੀਂ ਬਸ ਹਰ ਵੇਲੇ ਤੁਸੀਂ ਲੋਕਾਂ ਨੇ ਸੋਚਿਆ। ਨਹੀਂ, ਪਿਆਰ ਦਾ ਮਤਲਬ ਹੈਗਾ ਤੁਸੀਂ ਉਹਦੇ ਵਾਸਤੇ ਦੁਆ ਕਿੰਨੀ ਕਰਦੇ। ਤੁਸੀਂ ਜਿਹਨੂੰ ਤੁਸੀਂ ਪਿਆਰ ਕਰਦੇ ਤੁਸੀਂ ਉਸ ਬੰਦੇ ਵਾਸਤੇ ਬਹਿ ਕੇ ਤੁਸੀਂ ਦੁਆ ਕਰੋਗੇ ਕਿ ਖੁਦਾਵੰਦ ਇਹਨੂੰ, ਮੇਰੇ ਭੈਣ ਭਰਾ ਨੂੰ ਕੀ ਕਰ, ਤੂੰ ਇਹਨੂੰ ਬਚਾ, ਤਾਂ ਕਿ ਇਹ ਵੀ ਬਚਾਇਆ ਜਾਵੇ। ਅਸੀਂ ਤਾਂ ਆਪ ਹੀ ਨਹੀਂ ਲੱਗਦਾ ਕਿ ਅਸੀਂ ਆਪ ਹੀ ਉਹਨਾਂ ਗੱਲਾਂ 'ਚ ਨਹੀਂ ਹੈਗੇ। ਮੈਨੂੰ ਆਪ ਨੂੰ ਪਤਾ ਕਿ ਮੈਂ ਜਾਣਾ ਕਿ ਜਾਣਾ ਸਵਰਗ ਵਿੱਚ, ਮੈਨੂੰ ਪਤਾ ਹੀ ਨਹੀਂ। ਲੇਕਿਨ ਖੁਦਾਵੰਦ ਕਹਿੰਦਾ ਉਹਨਾਂ ਲੋਕਾਂ ਵਾਸਤੇ ਖੁਸ਼ਖਬਰੀ, ਕਹਿੰਦਾ ਮੈਂ ਉਹਨਾਂ ਨੂੰ ਮੌਤ ਦੀ ਵਾਦੀ ਤੋਂ ਕੀ ਕਰੂੰਗਾ? ਬਚਾਊਂਗਾ। ਕਿਹਨਾਂ ਲੋਕਾਂ ਨੂੰ? ਜਿਨ੍ਹਾਂ ਲੋਕਾਂ ਨੇ ਆਸ਼ਾ ਦਾ ਟੋਪ ਪਾਈ ਹੋਈ ਹੈ, ਜਿਹਨਾਂ ਨੂੰ ਆਸ ਹੈਗੀ, ਜਿਹੜਾ ਕਹਿੰਦੇ ਕਿ ਨਹੀਂ ਅਸੀਂ ਮੈਂ ਜਾਊਂਗਾ ਮੈਂ। ਹਾਲੇਲੂਇਆ। ਸਾਨੂੰ ਇੱਕ ਵਚਨ ਹੀ ਸਾਨੂੰ ਕੀ ਕਰਦਾ ਪਿਆ? ਸਾਨੂੰ ਵਾਰਨ ਕਰ ਰਿਹਾ, ਸਾਨੂੰ ਸਾਵਧਾਨ ਕਹਿੰਦਾ ਪਿਆ। ਦੇਖੀਏ ਪੜ੍ਹੀਏ। ਹਾਂਜੀ, पर हम तो दिन के हैं। हाँ, विश्वास और प्रेम की झिलम पहनकर हाँ, और उद्धार की आशा का टोप पहनकर सावधान रहें। ਕਹਿੰਦਾ ਕਿਆ ਰਹੇ? ਸਾਵਧਾਨ ਰਹੋ। ਕਹਿੰਦਾ ਤੁਸੀਂ ਅਲਰਟ ਰਹੋ ਕਿ ਤੁਹਾਨੂੰ ਕਿਤੇ ਸ਼ੈਤਾਨ ਤੁਹਾਡੇ ਜੀਵਨ ਦੇ ਵਿੱਚੋਂ ਇਹ ਗੱਲ ਨੂੰ ਕਿਤੇ ਚੁਰਾ ਕੇ ਨਾ ਲੈ ਜਾਵੇ। ਇਹ ਨਾ ਹੋਵੇ ਕੱਲ ਤੁਸੀਂ ਸਾਰੀ ਉਮਰ ਅਸੀਂ ਪ੍ਰੋਗਰਾਮ ਕਰਦੇ ਰਹੇ ਤੇ ਐਂਡ ਸਾਡੀ ਜਿਹੜੀ ਆਤਮਾ ਕਿੱਥੇ ਚੱਲ ਜਾਵੇ? ਉਹ ਹੈਲ 'ਚ ਚੱਲ ਜਾਵੇ। ਪ੍ਰਭੂ ਅੱਜ ਵੀ ਤੁਹਾਨੂੰ ਬਚਾਉਣਾ ਚਾਹੁੰਦਾ ਆ। ਅੱਜ ਵੀ ਖੁਦਾਵੰਦ ਆਪਣੇ ਲੋਕਾਂ ਨਾਲ ਗੱਲ ਕਰਦਾ ਆ। ਅਸੀਂ ਇਹ ਹੁਣ ਕਿੱਥੋਂ ਦੀ ਗੱਲ ਕਰਦੇ ਪਏ ਆ? ਇਹ ਗੱਲ ਕਰਦੇ ਪਏ ਉਧਾਰ ਦਾ ਮਤਲਬ ਹੈਗਾ ਕਿ ਅਸੀਂ ਇੱਕ ਦਿਨ ਖੁਦਾਵੰਦ ਦੇ ਘਰ ਜਾਣਾ ਆ, ਜਿਹਨੂੰ ਕਹਿੰਦੇ ਕਿ ਸਵਰਗ ਰਾਜ ਦੀ ਆਸ਼ਾ ਅਸੀਂ ਆਪਣੇ ਜੀਵਨ 'ਚ ਰੱਖੀ ਹੋਈ ਆ। ਅਸੀਂ ਜਾਵਾਂਗੇ, ਤੀਤੁਸ ਪੜਾਂਗੇ। ਅਸੀਂ ਉਹਦਾ 3 ਅਧਿਆਇ ਤੋਂ 7 ਆਇਤ ਪੜਾਂਗੇ। ਪਰ ਅਸੀਂ ਉਹਦੀ ਕਿਰਪਾ ਨਾਲ ਧਰਮੀ ਠਹਿਰ ਕੇ ਹਾਂ। ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਿਕਾਰੀ ਹੋਈਏ। ਹਾਂਜੀ, ਕਾਹਦੇ ਅਧਿਕਾਰੀ ਹੋਈਏ ਅਸੀਂ? ਇਹਨਾਂ ਹਿੰਦੀ सदीपक जीवन दे, जिससे हम उसके अनुग्रह से धर्मी ठहरकर अनंत जीवन की आशा के अनुसार वारिस बने। देखिए ਤੁਹਾਨੂੰ ਗੱਲ ਤੁਹਾਨੂੰ ਸਮਝਾਈਏ। ਪਹਿਲੇ ਕੀ ਦੇਖਿਆ ਸੀ? ਪ੍ਰਭੂ ਕਹਿੰਦੇ ਕਿ ਤੁਸੀਂ ਵਿਸ਼ਵਾਸ ਦਾ ਤੇ ਪ੍ਰੇਮ ਦਾ ਤੁਸੀਂ ਲੰਪਾ ਕੇ ਤੇ ਤੁਸੀਂ ਉਧਾਰ ਦਾ ਟੋਪ ਪਾ ਕੇ ਤੁਸੀਂ ਕੀ ਰਹੋ? ਤੁਸੀਂ ਸਾਵਧਾਨ ਰਹੋ, ਅਲਰਟ ਰਹੋ। ਤੁਸੀਂ ਕਿਉਂ? अगली गल पढ़िए सी हम देखिए। जिससे हम उसके अनुग्रह से धर्मी ठहरकर अनंत जीवन की आशा के अनुसार हाँ जी वारिस बने। प्रेज द लॉर्ड। कहंदा सी वारिस पाना जे तुसीं इदां करोगे तो तुसीं कहंदे प्रभु दे अनुग्रह तुहाडे उपर हमेशा की रहूगा, तुहाडे उपर बनिया रहूगा तुहानू कह। लेकिन किदां? जदों असीं विश्वास विच बने रवांगे, असीं खुदा दे प्रेम च बने रवांगे ते असीं उधार दी जिहड़ी टोप हैगी ओ पा के रखांगे तां खुदा दे अनुग्रह दे अनुसार ਅਸੀਂ ਧਰਮੀ ਠਹਿਰਾਂਗੇ, ਨਾ ਕਿ ਆਪਣੇ ਕੰਮਾਂ ਦੇ ਨਾਲ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਤੇ ਅਸੀਂ ਫਿਰ ਕਿੱਥੇ ਜਾਵਾਂਗੇ? ਅਸੀਂ ਫਿਰ ਖੁਦਾ ਦੇ ਘਰ। ਹਾਂਜੀ ਪੜ੍ਹੀਏ ਇਸ ਗੱਲ ਨੂੰ। ਅਨੰਤ ਜੀਵਨ ਕੀ ਆਸ਼ਾ के अनुसार वारिस बने। ਅਸੀਂ ਅਨੰਤ ਜੀਵਨ ਦੀ ਆਸ਼ਾ ਦੇ ਜਿਹੜੇ ਵਾਰਿਸ ਅਸੀਂ ਕਿੱਦਾਂ ਬਣਨਾ ਸੀ? ਸਿਰਫ ਪ੍ਰਭੂ ਦੇ ਅਨੁਗ੍ਰਹਿ ਦੇ ਨਾਲ। ਲੇਕਿਨ ਸਾਨੂੰ ਵਿਸ਼ਵਾਸ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਅੱਗੇ ਚੱਲਣਾ ਹੈ। ਹਾਲੇਲੂਇਆ। ਦੂਜਾ ਕੁਰਿੰਥੀਆਂ ਜੀ ਉਹਦੀ 4 ਅਧਿਆਇ ਤੋਂ 18 ਆਇਤ ਪੜਾਂਗੇ। और हम तो देखी हुई वस्तुओं को नहीं परंतु अनदेखी वस्तुओं को देखते रहते हैं, क्योंकि देखी हुई वस्तुएं थोड़े ही दिन की हैं पर अनदेखी वस्तुएं सदा बनी रहती हैं। हालेलुया।
ਦੇਖिए ਬਹੁਤ ਅੱਛੇ ਤਰੀਕੇ ਨਾਲ ਅਸੀਂ ਇਸ ਗੱਲ ਨੂੰ ਦੇਖ ਸਕਦੇ ਹਾਂ। ਪ੍ਰਭੂ ਦਾ ਬਚਨ ਸਾਨੂੰ ਕਹਿੰਦਾ ਪਿਆ ਹੈ ਕਿ ਜਿਹੜੀਆਂ ਗੱਲਾਂ ਅਸੀਂ ਦੇਖਦੇ ਪਏ ਹਾਂ, ਕਿਹੜੀਆਂ ਗੱਲਾਂ ਅਸੀਂ ਦੇਖਦੇ ਪਏ ਹਾਂ? ਜਿਵੇਂ ਤੁਹਾਨੂੰ ਪੁੱਛਾਂ, ਅਸੀਂ ਕਿੱਥੇ ਰਹਿੰਦੇ ਪਏ ਹਾਂ? ਇਸ ਦੁਨੀਆ ਵਿੱਚ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ। ਸਰੀਰਿਕ ਸਾਡਾ ਜਿਹੜਾ ਸਾਡਾ ਐਕਸਪੀਰੀਅੰਸ ਹੈਗਾ ਉਹ ਇੱਥੋਂ ਦਾ ਐਕਸਪੀਰੀਅੰਸ ਆ ਉਹ ਜੀ। ਲੇਕਿਨ ਖੁਦਾਵੰਦ ਵਜਦਾ ਸਾ ਕਹਿੰਦੇ ਪ੍ਰਭੂ ਯੀਸ਼ੂ ਮਸੀਹ ਕਿੱਥੋਂ ਆਏ ਸੀਗੇ? ਸੁਰਗ ਵਿੱਚੋਂ। ਉਹਦੇ ਕੋਲੋਂ ਸੁਰਗ ਦਾ ਐਕਸਪੀਰੀਅੰਸ ਆ, ਸਾਡੇ ਕੋਲ ਨਹੀਂ ਹੈਗਾ ਉਹ ਐਕਸਪੀਰੀਅੰਸ। ਲੇਕਿਨ ਪ੍ਰਭੂ ਕਹਿੰਦਾ ਤੁਸੀਂ ਜਿਹੜੀਆਂ ਗੱਲਾਂ ਦੇਖਦੇ ਪਏ ਆ, आज द्वारा इस कल पढ़ेंगे इसी। और हम तो देखी हुई वस्तुओं को नहीं, परंतु अनदेखी वस्तुओं को देखते रहते हैं। ਇੱਥੇ ਪੌਲਸ ਗੱਲ ਕਰਦਾ ਪਿਆ ਸਪਿਰਚੁਅਲ ਪਰਸਨ ਦੀ, ਜਿਹੜਾ ਬੰਦਾ ਆਤਮਿਕ ਰੀਤੀ ਤੇ ਚੱਲਦਾ ਪਿਆ ਹੈ, ਉਹ ਬਾਈਬਲ ਦੇ ਅਨੁਸਾਰ ਚੱਲਦਾ ਹੈ। ਉਹ ਕਹਿੰਦਾ ਮੈਂ ਉਹ ਗੱਲ ਦੇਖਦਾ ਪਿਆ ਜਿਹੜੀ ਮੈਂ ਹਾਲੇ ਤੱਕ ਕੀ ਹੋਈ ਨਹੀਂ ਦੇਖੀ ਹੈਗੀ ਹਾਲੇ ਤੱਕ। ਕਿਹਨੂੰ ਉਹ ਕਿਹਦੇ ਬਾਰੇ ਗੱਲ ਕਰਦਾ ਪਿਆ? ਉਹ ਗੱਲ ਕਰਦਾ ਪਿਆ ਹੈਵਨ ਦੀ ਗੱਲ ਕਰਦਾ ਪਿਆ ਇੱਥੇ ਉਹ, ਕਿ ਸਵਰਗ ਰਾਜ ਸੱਚੀ ਮੁੱਚੀ ਹੈਗਾ ਆ। ਇਹ ਝੂਠ ਨਹੀਂ ਹੈਗਾ। ਕਈ ਲੋਕਾਂ ਨੂੰ ਲੱਗਦਾ ਕਿ ਝੂਠ ਹੀ ਹੈ, ਬਸ ਗੱਲਾਂ ਹੀ ਬਾਈਬਲ ਦੀਆਂ ਗੱਲਾਂ ਇਦਾਂ ਹੀ ਆ। ਨਹੀਂ, ਇਦਾਂ ਨਹੀਂ ਹੈਗਾ। स्वर्ग ते नरक सच्ची मुच्ची एग्जिस्ट करते हैं। लोग कहते हैं कि नहीं कहने देखा, पर ये सच्ची मुच्ची हैगा आ, क्योंकि बहुत से लोगों को खुदावंद प्रभु यीशु मसीह ने स्वर्ग भी लेके दिखाया ते उन्होंने नरक भी दिखाया उन्होंने, और सच्ची मुच्ची हैगा आ। और आज भी प्रभु यीशु मसीह ने जिन्नी बार इस बाइबल पढ़ांगे देखांगे कि खुदावंद ने स्वर्ग बारे गल नहीं की ज्यादा, प्रभु ने नरक बारे की गल। जो तुसीं जाके बाइबल पढ़ोगे ना घर जाके, तुहानूं पता लगेगा भी प्रभु ने हमेशा नरक बारे गल की है, क्योंकि नरक दे विच प्रभु सानूं बचाना चाहता है। ਅੱਜ ਵੀ ਉਹੀ ਵਸਤਾਂ, ਅੱਜ ਵੀ ਉਹੀ ਗੱਲਾਂ ਕਰਦਾ ਪਿਆ। ਕਹਿੰਦਾ ਅਸੀਂ ਦੇਖੀਆਂ ਵਸਤਾਂ ਦੀ ਗੱਲ ਨਹੀਂ ਕਰਦੇ ਪਏ, ਯਾਨੀ ਕਿ ਧਰਤੀ ਦੀ ਗੱਲ ਨਹੀਂ ਕਰਦੇ ਪਏ। ਅਸੀਂ ਉਸ ਗੱਲ ਦੀ, ਉਸ ਧਰਤੀ ਦੀ ਗੱਲ ਕਰਦੇ ਪਏ ਹਾਂ ਜਿੱਥੇ ਇੱਕ ਸ਼ਹਿਰ, ਉਹ ਮੈਂ ਤੁਹਾਨੂੰ ਹੁਣੇ ਪੜਾਉਂਗਾ ਬਾਈਬਲ ਦੇ ਵਿੱਚੋਂ ਗੱਲ। ਪੂਰਾ ਇੱਕ ਸ਼ਹਿਰ ਆ ਉਹ, ਏਦਾਂ ਹੀ ਜਿੱਦਾਂ ਦੁਨੀਆ ਬੈਠੀ ਏਦਾਂ ਹੀ ਆ। ਉੱਥੇ ਘਰ ਬਣੇ ਹੋਏ ਆ ਸਾਡੇ ਲਈ। ਪ੍ਰਭੂ ਘਰ ਬਣਾਉਂਦੇ ਪਏ ਆ, ਸਾਡੇ ਲਈ ਘਰ ਬਣ ਚੁੱਕੇ ਆ। ਜੋ ਕੁਝ ਅਸੀਂ ਇਸ ਵਰਲਡ ਤੇ ਕਰਦੇ ਪਏ ਆ, ਉਹਦੇ ਕੰਮਾਂ ਦੇ ਅਨੁਸਾਰ ਸਾਨੂੰ ਉਸ ਲੈਵਲ ਦਾ ਘਰ ਮਿਲਣਾ ਆ। ਜਿੱਦਾਂ ਦਾ ਅਸੀਂ ਕੰਮ ਕਰੋਗੇ ਦੁਨੀਆ ਪਰ, ਉਹਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਮਿਹਨਤ ਤੁਹਾਡੀ ਹੈਗੀ ਹੈ, ਪ੍ਰਭੂ ਨੇ ਉਸ ਹਿਸਾਬ ਨਾਲ ਕਾਊਂਟ ਕਰਨੀ ਆ। ਜੋ ਅਸੀਂ ਇੱਥੇ ਬੀਜਾਂਗੇ ਅਸੀਂ ਉੱਥੇ ਵੱਢਾਂਗੇ। ਹਾਲੇਲੂਇਆ। ਲੇਕਿਨ ਇੱਥੇ ਕੀ ਕਹਿੰਦਾ ਪਿਆ ਉਹ? ਕਹਿੰਦਾ ਹਮ ਤਾਂ ਦੇਖੀ ਵਸਤੂਆਂ ਕੋ ਨਹੀਂ, ਪਰੰਤੂ ਅਨदेखी ਵਸਤੂਆਂ ਕੋ, ਯਾਨੀ ਕਿ ਹੈਵਨ, ਉਹਨੂੰ ਦੇਖਦਾ ਪਿਆ। ਉਹਦਾ ਧਿਆਨ ਉਹਦੇ ਉੱਪਰ ਲੱਗਾ ਹੋਇਆ ਹੈ। ਇਹੀ ਗੱਲ ਅਸੀਂ ਵਚਨ 'ਚ ਪੜ੍ਹੀ ਕਿ ਜਿਹੜਾ ਕੋਈ ਇਨਸਾਨ ਪ੍ਰਭੂ ਦੇ ਉੱਪਰ ਵਿਸ਼ਵਾਸ ਨਾਲ ਚੱਲਦਾ ਹੈ, ਪ੍ਰਭੂ ਕਹਿੰਦਾ ਮੈਂ ਉਹਨੂੰ ਮ੍ਰਿਤਿੂ ਤੋਂ ਕੀ ਕਰੂੰਗਾ? ਉਹਨੂੰ ਬਚਾਵਾਂਗਾ। ਤੇ ਮੈਂ ਉਹਨੂੰ ਅਕਾਲ ਤੋਂ, ਯਾਨੀ ਕਿ ਕਾਲ ਦਾ ਸਮਾਂ ਜਿਹੜਾ ਹੈਗਾ ਉਹ ਤੋਂ ਮੈਂ ਕੀ ਕਰੂੰਗਾ? ਉਹਨੂੰ ਉਹ ਤੋਂ ਬਚਾਉਂਗਾ। ਮੈਂ ਉਹਨੂੰ ਮੈਂ ਬਚਾ ਕੇ ਰੱਖੂੰਗਾ। ਕਿ ਉਹ ਇਹੀ ਗੱਲ ਕਰਦਾ ਪਿਆ ਉੱਥੇ ਵੀ ਅੱਗੇ, ਕਿਉਂਕਿ ਦੇਖੀ ਹੋਈ ਵਸਤੂਆਂ ਥੋੜੇ ਹੀ ਦਿਨ ਕੀ ਹੈ। ਕਹਿੰਦਾ ਦੇਖੀ ਹੋਈ ਵਸਤੂਆਂ ਯਾਨੀ ਕਿ ਸੰਸਾਰ, ਇਹ ਥੋੜੇ ਦਿਨ ਦਾ ਸੰਸਾਰ ਹੈ ਇਹ। ਲੇਕਿਨ ਅਣਦੇਖੀ ਵਸਤੂਆਂ ਯਾਨੀ ਕਿ ਸਵਰਗ ਰਾਜ ਕਿੱਥੋਂ ਤੱਕ ਦਾ ਹੈਗਾ? ਸਦਾ ਬਣੀ ਰਹਤੀ ਹੈ। ਕਹਿੰਦਾ ਸਵਰਗ ਰਾਜ ਹਮੇਸ਼ਾ ਬਣਿਆ ਰਹਿਣ ਵਾਲਾ ਰਾਜ ਆ ਉਹ। ਅਸੀਂ ਆਪਣਾ ਜਿਹੜੀ ਸਾਡੀ ਆਸ਼ਾ ਕੀ, ਸਾਡੀ ਆਸ਼ਾ ਇਹ ਹੈਗੀ ਕਿ ਅਸੀਂ ਖੁਦਾਵੰਦ ਨਾਲ ਕਿੱਥੇ ਜਾਣਾ? ਅਸੀਂ ਸਵਰਗ ਜਾਣਾ। ਲੇਕਿਨ ਅਸੀਂ ਕੀ ਕਰਦੇ ਹਾਂ? ਅਸੀਂ ਇੱਧਰਲੇ ਵਸਤੂਆਂ ਦੇ ਨਾਲ ਅਸੀਂ ਆਪਣੇ ਆਪ ਨੂੰ, ਅਸੀਂ ਆਪਣੇ ਦਿਲ ਨੂੰ ਕੀ ਕਰ ਲੈਂਦੇ ਹਾਂ? ਅਸੀਂ ਬਦਲ ਲੈਂਦੇ ਹਾਂ। ਸਾਡਾ ਦਿਲ ਬਦਲ ਜਾਂਦਾ, ਸਾਡਾ ਦਿਲ ਦਿਮਾਗ ਹੋਰ ਪਾਸੇ ਲੱਗ ਜਾਂਦਾ ਕਿ ਇਹੀ ਸੱਚ ਹੈ ਸ਼ਾਇਦ। ਪਰ ਉਹ ਕਹਿੰਦਾ ਇਹ ਸੱਚ ਨਹੀਂ ਆ। ਕਹਿੰਦਾ ਸੱਚਾਈ ਕੀ ਹੈਗੀ ਆ? ਸੱਚਾਈ ਹੈ ਕਿ ਸਵਰਗ ਰਾਜ ਹਮੇਸ਼ਾ ਬਣਿਆ ਰਹੂਗਾ। ਹਾਲੇਲੂਇਆ। ਮੈਂ ਤੁਹਾਨੂੰ ਪੜਾਉਣਾ ਚਾਹੁੰਦਾ ਦੂਸਰਾ ਪਤਰਸ, ਅਸੀਂ ਉਹਦਾ ਤੀਸਰਾ ਅਧਿਆਇ ਤੇ 10 ਤੇ 11 ਜਾਵਾਂਗੇ, ਕਿਉਂਕਿ ਵਚਨ ਸਾਨੂੰ ਦੱਸਦਾ ਹੈ ਕਿ ਇੱਕ ਸਮਾਂ ਆ ਰਿਹਾ ਹੈ ਜਦੋਂ ਖੁਦਾਵੰਦ ਨੇ ਇਹ ਧਰਤੀ ਤੇ ਇੱਥੋਂ ਦੀਆਂ ਵਸਤੂਆਂ, ਇਹ ਧਰਤੀ ਤੇ ਇੱਥੋਂ ਦੀਆਂ ਵਸਤੂਆਂ ਨੂੰ ਕੀ ਕਰਨਾ? ਨਾਸ਼ ਕਰਨਾ ਹੈ। ਆਈਏ ਅਸੀਂ ਪੜਾਂਗੇ ਉਸ ਗੱਲ ਨੂੰ। ਇਹ ਵਚਨ ਦੱਸਦਾ, ਕਹਿੰਦਾ ਤੁਸੀਂ ਸਾਵਧਾਨ ਰਹੋ, ਤੁਸੀਂ ਉਸ ਆਸ਼ਾ ਦੇ ਟੋਪ ਨੂੰ ਪਾ ਕੇ ਰੱਖੋ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਚਾਏ ਜਾਓ। ਹਾਲੇਲੂਇਆ। ਹਾਂਜੀ ਪੜ੍ਹੀਏ ਜੀ। परंतु प्रभु ਦਾ ਦਿਨ ਚੋਰ ਵਾਂਗੂ ਆਵੇਗਾ। ਕਹਿੰਦਾ ਚੋਰ ਵਾਂਗੂ ਆਵੇਗਾ। ਪ੍ਰਭੂ ਯਿਸੂ ਮਸੀਹ ਨੇ ਚੋਰ ਵਾਂਗੂ ਆਣਾ ਆ। ਜਿਹਦੇ ਵਿੱਚ ਕੀ ਹੋਊਗਾ? ਦੇਖੀਏ ਆਕਾਸ਼ ਸन्नाटे ਨਾਲ ਜਾਂਦੀ ਰਹੇਗੀ। ਕਹਿੰਦਾ ਆਕਾਸ਼ ਕੀ ਹੋਊਗਾ? ਸन्नाटा। ਇੱਕ ਏਦਾਂ ਇੱਕ ਕੁਇਕ ਹੋਣਾ ਕਿ ਸਾਰਾ ਆਕਾਸ਼ ਕੀ ਹੋ ਜਾਣਾ? ਬਿਲਕੁਲ ਗਾਇਬ ਹੋ ਜਾਣਾ। ਨੀਲਾ ਅਸਮਾਨ ਸਾਈਡ ਤੇ ਹੋ ਜਾਣਾ, ਖਤਮ ਹੋ ਜਾਣੀ ਗੱਲ ਇਹ। ਐਮਟੀ। ਅੱਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ। ਕਹਿੰਦਾ ਮੂਲ ਵਸਤੂਆਂ ਯਾਨੀ ਕਿ ਇੱਥੋਂ ਦੇ ਪਹਾੜ, ਬਿਲਡਿੰਗਾਂ, ਆ ਦੁਨੀਆਦਾਰੀ ਜਿਹੜੀ ਹੈਗੀ ਹੈ, ਜਿਹੜੀਆਂ ਚੀਜ਼ਾਂ ਹੋਣਗੀਆਂ, ਉਹ ਕਹਿੰਦਾ ਕਾਹਦੇ ਨਾਲ ਕੀ ਹੋਊਗਾ? ਤਾਉ ਨਾਲ ਤਪ ਕੇ, ਵੱਡੇ ਤਾਉ ਨਾਲ, ਵੱਡਾ ਤਾਉ ਨਾਲ ਕੀ? ਅੱਗ ਦੇ ਨਾਲ, ਤਾਪ ਦੇ ਨਾਲ ਤਪ ਕੇ ਢਲ ਜਾਣਗੀਆਂ। ਹੁਣ ਕੀ ਹੁੰਦਾ ਪਿਆ ਦੁਨੀਆ ਉੱਪਰ? ਜਿਹੜਾ ਕਹਿੰਦੇ ਪਏ ਕਿ ਆਹ ਜੀ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ, ਇਹ ਉਹੀ ਕਲਾਈਮੇਟ ਚੇਂਜ ਆ। ਇਹ ਜਿਹੜੀ ਧਰਤੀ ਦੇ ਉੱਪਰ ਕੀ ਹੁੰਦੀ ਪਈ ਹੈ? ਗਰਮੀ ਵਧੀ ਜਾਂਦੀ ਪਈ ਹੈ, ਗਲੋਬਲ ਵਾਰਮਿੰਗ ਜਿਹੜੀ ਹੁੰਦੀ ਪਈ ਹੈ। ਕੀ ਹੋ ਰਿਹਾ? ਆ ਵਚਨ ਦੇ ਅਨੁਸਾਰ ਹੋ ਰਿਹਾ ਕਿ ਜਿਹੜੀ ਬਰਫ਼ ਹੈਗੀ, ਜਿਹੜੇ ਵੱਡੇ ਵੱਡੇ ਗਲੇਸ਼ੀਅਰ ਹੈਗੇ ਆ, ਤੁਸੀਂ ਜਾ ਕੇ ਦੇਖੋ, ਨਿਊਜ਼ ਜਾ ਕੇ ਦੇਖੋ, ਤੁਸੀਂ ਜਾ ਕੇ ਸਰਚ ਕਰਿਓ ਗਲੇਸ਼ੀਅਰ। ਹੁਣ 10 ਸਾਲਾਂ ਦੇ ਵਿੱਚ ਗਲੇਸ਼ੀਅਰ ਦਾ ਬਹੁਤ ਤਾਪਮਾਨ ਜਿਹੜਾ ਹੈਗਾ ਉਹ ਖਰਾਬ ਹੋ ਚੁੱਕਾ। ਗਲੇਸ਼ੀਅਰ ਖਤਮ ਹੋ ਰਹੇ ਦੁਨੀਆ ਦੇ ਉੱਪਰੋਂ, ਕਿਉਂਕਿ ਉਹੀ ਪੂਰੀ ਦੁਨੀਆ ਨੂੰ ਕੀ ਕਰਦੇ ਆ? ਉਹ ਠੰਡਾ ਰੱਖਦੇ ਆ। ਪਾਣੀ ਖਤਮ ਹੋ ਰਿਹਾ ਹੈ। ਕਿੰਨਾ ਕੁਝ ਆ ਜਿਹੜੇ ਵੈਦਰ, ਜਿਹੜੇ ਹੜ੍ਹ ਆਉਂਦੇ ਪਏ ਆ, ਉਹਦਾ ਰੀਜ਼ਨ ਇਹ ਹੈਗਾ ਕਿ ਕਿਉਂਕਿ ਕੰਟਰੋਲ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ ਹੈ। ਇਹ ਵਚਨ ਦੇ ਅਨੁਸਾਰ ਹੋ ਰਿਹਾ ਕਿ ਇੱਕ ਕਹਿੰਦੇ ਤਾਪਮਾਨ
ਧਰਤੀ ਤੇ ਵਾਧਾ ਪਿਆ ਆ ਹੌਲੀ 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 ਹੌਲੀ। ਹਾਲੇਲੂਇਆ। ਅੱਗੇ ਪੜ੍ਹੀਏ। ਟਲ ਜਾਣਗੀਆਂ, ਕਹਿੰਦਾ ਵੱਡੇ ਤਾਪ ਨਾਲ ਉਹ ਸਭ ਕੀ ਹੋ ਜਾਣਾ, ਉਹ ਟਲ ਜਾਣਗੇ, ਹਾਂ ਢਲ ਜਾਣੀਆਂ ਅੱਗੇ ਉਹ, ਅਤੇ ਧਰਤੀ ਉਹਨਾਂ ਹਾਂ ਕਾਰਾਗਰੀਆਂ ਸਣੇ, ਕਹਿੰਦਾ ਉਹਨਾਂ ਕਾਰਾਗਰੀਆਂ ਸਣੇ ਜਿੱਦਾਂ ਪ੍ਰਭੂ ਨੇ ਧਰਤੀ ਨੂੰ ਬਣਾਇਆ ਸੀਗਾ, ਜਿਹੜੀ ਕਾਰਾਗਰੀ ਕੀਤੀ ਗਈ ਹੈ, ਪੇੜ ਪੌਦੇ ਪਹਾੜ ਸਭ ਕੁਝ ਜੋ ਇਨਸਾਨ ਨੇ ਬਣਾਇਆ ਹੈਗਾ, ਉਹ ਵੀ ਸਭ ਕੁਝ ਕੀ ਹੋਊਗਾ ਉਹ। ਅੱਗੇ ਪੜ੍ਹੀਏ। ਕਾਰਾਗਰੀਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ, ਕਹਿੰਦਾ ਉਹ ਜਲ ਬਲ ਜਾਣੀ ਆ, ਉਹ ਬਿਲਕੁਲ ਧਰਤੀ ਨੂੰ ਸਾੜਾ ਇੱਕਦਮ ਅੱਗ ਲੱਗ ਜਾਣੀ, ਪੂਰੀ ਧਰਤੀ ਨੂੰ ਜਲ ਬਲ ਜਾਊਗੀ ਉਹ। ਅੱਗੇ 11 ਜਦੋਂ ਇਹ ਸਭ ਵਸਤਾਂ ਇਉਂ ਟਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਹੋਏ ਕਿਹੋ ਜਿਹੇ ਹੋਣਾ ਚਾਹੀਦਾ ਹੈ, ਕਿਹੋ ਜਿਹੇ ਹੋਣਾ ਚਾਹੀਦਾ ਹੈ। ਪੌਲਸ ਕਹਿੰਦਾ ਜੇ ਇਹ ਸਭ ਗੱਲਾਂ ਖਤਮ ਹੋਣ ਵਾਲੀਆਂ ਹੈਗੀਆਂ ਤੇ ਸਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਫਿਰ? ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ। ਕਹਿੰਦਾ ਸਾਨੂੰ ਆਪਣੇ ਜੀਵਨ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਸਮਾਂ ਆਇਆ ਹੈ ਸਾਡੇ ਕੋਲ ਭਗਤੀ ਕਰਨ ਦਾ, ਤਾਂ ਪਵਿੱਤਰ ਹੈ ਸਾਡੇ ਕੋਲ ਹੁਣ ਸਮਾਂ ਆਪਣੇ ਜੀਵਨ ਨੂੰ ਪਵਿੱਤਰ ਕਰਨ ਦਾ। ਉਹ ਸਮਾਂ ਨਹੀਂ ਜਦੋਂ ਪ੍ਰਭੂ ਨੇ ਆ ਜਾਣਾ, ਉਦੋਂ ਨਹੀਂ। ਪ੍ਰਭੂ ਦਾ ਵਚਨ ਕਹਿੰਦਾ ਪ੍ਰਭੂ ਨੇ ਚੋਰ ਵਾਂਗੂ ਆਣਾ ਆ, ਲੋਕਾਂ ਨੇ ਵਿਆਹ ਸ਼ਾਦੀ ਕਰਦੇ ਹੋਣਾ ਆ, ਸਭ ਕੁਝ ਏਦਾਂ ਚੱਲਦਾ ਹੋਣਾ ਆ, ਪਾਰਟੀਆਂ ਚੱਲਦੀਆਂ ਹੋਣੀਆਂ, ਹਰ ਚੀਜ਼ ਚੱਲਦੀ ਹੋਣੀ ਹੈ, ਲੋਕਾਂ ਨੇ ਆਪਣੇ ਕੰਮਾਂ ਤੇ ਬਿਜ਼ੀ ਹੋਣਾ, ਇੱਕਦਮ ਬਦਲਾਂ ਵਿੱਚੋਂ ਖੁਦਾਵੰਦ ਨੇ ਆ ਜਾਣਾ। ਤੇ ਜਿਹੜਾ ਤਾਂ ਤਿਆਰ ਰਹੂਗਾ, ਕਿਉਂਕਿ ਅਸੀਂ ਜਦੋਂ 10 ਕੁਆਰੀਆਂ ਬਾਰੇ ਪੜ੍ਹਦੇ ਆ, ਤੁਹਾਨੂੰ ਪਤਾ ਸੀ ਨਾ 10 ਕੁਆਰੀਆਂ ਦਾ ਕੀ ਹਾਲ ਹੋਇਆ ਸੀ। ਉਹਨਾਂ ਵਿੱਚੋਂ 5 ਕੁਆਰੀਆਂ ਤਾਂ ਉਹਨਾਂ ਦੀ ਤਾਂ ਮਸ਼ਕਾਂ 'ਚ ਤੇਲ ਹੈਗਾ ਸੀ ਤੇਲ, ਲੇਕਿਨ 5 ਕੁਆਰੀਆਂ ਨੂੰ ਤੇਲ ਹੈ ਨਹੀਂ ਸੀਗਾ। ਤੇਲ ਦਾ ਮਤਲਬ ਕੀ ਆ? ਜਿਹੜੀ ਤਿਆਰੀ ਕੀਤੀ ਸੀ ਉਹਨਾਂ ਨੇ, ਆਪਣੇ ਵਚਨ ਦੇ ਵਿੱਚ ਬਣੇ ਰਹੇ ਉਹ। ਹਾਲੇਲੂਇਆ। ਉਹ 5 ਕੁਆਰੀਆਂ ਕਹਿੰਦੇ ਫਿਰ ਕੀ ਆਇਆ, ਫਿਰ ਦੂਲਹਾ ਆਇਆ ਤੇ ਫਿਰ ਨਾਲ ਉਹਨਾਂ ਨੂੰ ਲੈ ਗਿਆ, ਲੇਕਿਨ 5 ਕੁਆਰੀਆਂ ਕੀ ਹੋ ਗਈਆਂ ਪਿੱਛੇ। ਅੱਜ ਵੀ ਇਹੀ ਹਾਲ ਹੈਗਾ ਆ, ਅੱਜ ਵੀ ਹਰ ਥਾਂ ਤੇ ਇਸੇ ਗੱਲ ਦਾ ਪ੍ਰਚਾਰ ਹੋ ਰਿਹਾ ਕਿ ਤੁਸੀਂ ਆਪਣੇ ਜੀਵਨ ਨੂੰ ਕੀ ਕਰੋ, ਬਦਲੋ, ਕਿਉਂਕਿ ਪ੍ਰਭੂ ਦਾ ਦਿਨ ਆਉਣ ਵਾਲਾ ਆ। ਹਾਲੇਲੂਇਆ ਆਮੇਨ। ਔਰ ਕਹਿੰਦਾ ਕਿ ਹਰ ਚੀਜ਼ ਅਸੀਂ ਹਿੰਦੀ 'ਚ ਪੜਾਂਗੇ, ਹਿੰਦੀ 'ਚ ਬਹੁਤ ਅੱਛਾ ਲਿਖਿਆ ਹੈ, प्रेज द लॉर्ड। परंतु प्रभु का दिन चोर की नहीं आ जाएगा। चोर की नहीं, तो चोर कितना आंदा दसो जरा। चोर किस दस के नहीं आंदा, मान लगा ਉਹ ਬੇਟਾਈਮ में ਆਂਦਾ, ਬੇਟਾਈਮ में ਜਦੋਂ ਸਾਰੇ ਸੁੱਤੇ ਹੁੰਦੇ ਆ, ਫਿਰ ਜਦੋਂ ਸਾਨੂੰ ਹਲਕੀ ਸਾਨੂੰ ਕੀ ਹੁੰਦੀ, ਫਿਰ ਸਾਨੂੰ ਆਵਾਜ਼ ਆਉਂਦੀ ਵੀ ਇੱਥੇ ਕੁਝ ਹੋਇਆ ਹੈ ਨਾ, ਅਸੀਂ ਇੱਕਦਮ ਅਲਰਟ ਹੋ ਜਾਂਦੇ। ਲੇਕਿਨ ਉਹਨੇ ਦਿਨ ਕੀ ਹੋਣਾ, ਉਹਨੇ ਦਿਨ ਨੂੰ ਚੋਰ ਨੇ ਕੀ ਕਰਨਾ, ਉਹਨੇ ਚੋਰੀ ਕਰਕੇ ਉਹਨੇ ਚਲੇ ਜਾਣਾ ਆ। ਕਹਿੰਦਾ ਚੋਰ ਵਾਂਗੂ ਆਏਗਾ। परंतु प्रभु का दिन चोर की नहीं आ जाएगा। उस दिन आकाश बड़ी हड़हड़ाहट के शब्द से जाता रहेगा। ਕਹਿੰਦਾ ਇੱਕ ਸ਼ਬਦ ਹੋਣਾ ਪੂਰੇ ਅਸਮਾਨ ਦੇ ਵਿੱਚ, ਗੜ 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 ਦੀ ਕੋਈ ਸਾਊਂਡ ਹੋਊਗੀ। ਮੈਨੂੰ ਅੱਜ ਵੀ ਯਾਦ ਆ ਜਦੋਂ ਮੇਰੇ ਨਾਲ ਪ੍ਰਭੂ ਨੇ ਗੱਲ ਕੀਤੀ ਸੀਗੀ 2007 ਦੀ ਗੱਲ ਹੈ, ਮੇਰੇ ਖਿਆਲ 6-7 ਦੀ ਗੱਲ ਆ। ਮੈਂ ਤਾਂ ਸੋਨੀਆ ਸੀ ਇੱਥੇ ਬੈਠੇ ਸੀਗੇ ਤੇ ਅਸੀਂ ਨਾ ਗਰਮੀਆਂ ਦੇ ਦਿਨ, ਅੱਜ ਵੀ ਉਹ ਮੈਂ ਇਨਸੀਡੈਂਟ ਕਦੀ ਭੁੱਲ ਨਹੀਂ ਸਕਦਾ। ਮੈਂ ਅੱਜ ਵੀ ਖੁਦਾ ਦੀ ਆਵਾਜ਼ ਮੈਂ ਸੁਣਿਆ ਹੈ, ਮੈਂ ਆਪ ਖੁਦ ਇਹਨਾਂ ਕੰਨਾਂ ਨਾਲ, ਔਰ ਮੈਂ ਦੇਖਿਆ ਆ ਅਸਮਾਨ ਨੂੰ ਖੁੱਲ੍ਹਦੇ ਦੇਖਿਆ ਏਦਾਂ। ਮੈਂ ਅਸੀਂ ਦੋਨੇ ਏਦਾਂ ਦੁਪਹਿਰ ਦਾ ਤੁਹਾਨੂੰ ਸਮਝ ਸਕਦਾ, ਅਸੀਂ ਦੋਨੇ ਏਦਾਂ ਹੀ, ਸਾਡੇ ਜਿੱਦਾਂ ਗਰਮੀਆਂ 'ਚ ਬੰਦੇ ਨੂੰ ਅੱਖ ਲੱਗਦੀ, ਬੰਦੇ ਦੀ ਅੱਖ ਲੱਗਦੀ, ਬੰਦਾ ਅੱਧਾ ਸੁੱਤਾ ਹੁੰਦਾ ਤੇ ਅੱਧਾ ਬੰਦਾ ਜਾਗਦਾ ਹੁੰਦਾ ਨਾ। ਏਦਾਂ ਮੈਂ ਲੇਟਿਆ ਹੋਇਆ ਸੀ ਤੇ ਮੇਰੀ ਅੱਖ ਲੱਗ ਗਈ ਤੇ ਮੈਂ ਆ ਕੇ ਦੇਖਿਆ ਕਿ ਦਰਵਾਜ਼ੇ ਦੇ ਕੋਲ ਮੈਂ ਖੜਾ ਹੋ ਗਿਆ, ਜਿੱਦਾਂ ਦਰਵਾਜ਼ਾ ਇੱਥੇ ਹੈਗਾ, ਮੈਂ ਏਦਾਂ ਉੱਪਰ ਅਸਮਾਨ ਵੱਲ ਦੇਖਣ ਲੱਗ ਗਿਆ। ਅਸਮਾਨ ਖੁੱਲਿਆ ਏਦਾਂ, ਆਹ ਜਿਹੜੀ ਗੱਲ ਸੀ ਨਾ ਵੀ ਹੜ ਦੀ ਆਵਾਜ਼, ਜਿਹੜੇ ਜਹਾਜ਼ ਨਹੀਂ ਹੁੰਦੇ, ਜਿਹੜੇ ਦੂਸਰੇ ਜਹਾਜ਼ ਹੁੰਦੇ ਹੈਗੇ ਜਿੱਦਾਂ ਲੜਾਕੂ ਜਹਾਜ਼ ਜਿਹੜੇ ਹੁੰਦੇ, ਉਹਨਾਂ ਦੀ ਆਵਾਜ਼ ਨਾਲੋਂ ਵੀ ਕਿਤੇ ਵੱਡੀ ਆਵਾਜ਼ ਸੀਗੀ, ਉਹ ਸਾਊਂਡ ਸੀਗਾ। ਤੇ ਮੈਂ ਏਦਾਂ ਦੇਖਿਆ ਵੀ ਅਸਮਾਨ ਖੁੱਲ ਗਿਆ ਤੇ ਉਹ 'ਚ ਆਵਾਜ਼ ਆਈ, ਇੱਕ ਬੜੀ ਜ਼ਬਰਦਸਤ ਵੱਡੀ ਆਵਾਜ਼ ਆਈ, ਕਹਿੰਦੇ ਮੈਂ ਤੇਰਾ ਪਰਮੇਸ਼ਵਰ ਹਾਂ। ਹਾਲੇਲੂਇਆ। ਔਰ ਇੰਨੀ ਵੱਡੀ ਸਾਊਂਡ ਆਈ, ਕਹਿੰਦਾ ਕਿ ਮੈਂ ਤੇਰਾ ਪਰਮੇਸ਼ਵਰ, ਕਹਿੰਦਾ ਤੇਰਾ ਸਿਰ ਕਹਿੰਦਾ ਕਿਸੇ ਤੇ ਝੁਕੇ ਨਾ ਕਦੀ ਅੱਜ ਤੋਂ ਬਾਅਦ ਚੋਂ। ਬਸ ਆ 2 ਗੱਲਾਂ ਮੈਨੂੰ ਖੁਦਾ ਨੇ ਕਹੀਆਂ ਤੇ ਨਾਲ ਹੀ ਮੈਂ ਦੇਖਿਆ ਅਸਮਾਨ ਏਦਾਂ ਬੰਦ ਹੋ ਗਿਆ। ਅਸਮਾਨ ਖੁੱਲਿਆ ਦੇਖਿਆ ਮੈਂ, ਏਦਾਂ ਅਸਮਾਨ ਪੂਰਾ ਬੰਦ ਹੋ ਗਿਆ। ਮੈਂ ਇੱਕਦਮ ਜਿਵੇਂ ਕਿ ਮੈਂ ਡਰ ਗਿਆ ਪੂਰੀ ਤਰ੍ਹਾਂ ਨਾਲ। ਤੇ ਮੈਨੂੰ ਮੈਂ ਕਿਹਾ ਵੀ ਯਾਰ ਮੇਰੇ ਨਾਲ, ਮੈਂ ਕਿਹਾ ਏਦਾਂ ਤਾਂ ਗੱਲ ਹੋਈ ਨਾ। ਤੇ ਇਹ ਕਹਿੰਦੇ ਵੀ ਅੱਛਾ, ਬੜੀ ਇਹ ਵੀ ਹੈਰਾਨ ਹੋਈ, ਕਹਿੰਦੀ ਅੱਛਾ ਮੇਰੀਆਂ ਆ ਸਾਰੀਆਂ ਮੇਰੇ ਖੜੀਆਂ ਹੋ ਗਈਆਂ, ਮੈਂ ਡਰ ਗਿਆ ਪੂਰੀ ਤਰ੍ਹਾਂ ਨਾਲ, ਕਿਉਂਕਿ ਤੁਸੀਂ ਜਦੋਂ ਏਦਾਂ ਦੇ ਕੋਈ ਦਰਸ਼ਨ ਦੇਖਦੇ ਤੁਸੀਂ ਡਰ ਜਾਂਦੇ ਐਕਚੁਅਲੀ ਕਿ ਇਹ ਕਿੱਦਾਂ ਹੋ ਸਕਦਾ ਨਾ ਇਹ। ਫਿਰ ਉਹਨੇ ਪਾਸੇ ਨਾਲ ਗੱਲ ਕੀਤੀ, ਪਾਸੇ ਕਹਿੰਦੇ ਕਿ ਅੱਜ ਦੇ ਬਹੁਤ ਘੱਟ ਸਮੇਂ 'ਚ ਆ ਕਿ ਕੋਈ ਪ੍ਰਭੂ ਏਦਾਂ ਆਪਣੇ ਲੋਕਾਂ ਨਾਲ ਗੱਲ ਕਰੇ, ਬਹੁਤ ਘੱਟ ਲੋਕਾਂ ਨਾਲ ਏਦਾਂ ਹੁੰਦਾ ਹੈ। ਕਿਉਂਕਿ ਇਹਦੇ ਪਿਛਲੇ ਸਮੇਂ 'ਚ ਹੁੰਦਾ ਸੀ ਏਦਾਂ, ਪ੍ਰਭੂ ਯਿਸੂ ਮਸੀਹ ਤੋਂ ਪਹਿਲੇ ਪ੍ਰਭੂ ਅਸਮਾਨ ਰਾਹੀਂ ਗੱਲਾਂ ਕਰਦਾ ਸੀ ਲੋਕਾਂ ਨਾਲ, ਆਵਾਜ਼ ਆਉਂਦੀ ਸੀ ਲੋਕਾਂ ਨੂੰ, ਆਕਾਸ਼ਬਾਣੀ ਹੁੰਦੀ ਸੀਗੀ। उस दिन आकाश बड़ी हड़हड़ाहट के शब्द से जाता रहेगा। कहना आकाश चल जाऊगा और तत्व बहुत ही तप्त होकर पिघल जाएंगे। तत्व की हैगे, तत्व हैगे आ ਜਿਹੜੇ ਇਨਸਾਨ ਦੀ ਜਿਹੜੀ ਪੂਰੀ ਉਹਨੇ ਕੰਮ ਕਰ ਕੀਤਾ ਤੇ ਵੱਡੇ ਵੱਡੀਆਂ ਬਿਲਡਿੰਗਾਂ ਬਣਾਈਆਂ ਹੋਈਆਂ, ਅਸਮਾਨਾਂ ਨੂੰ ਛੂੰਦੀਆਂ ਬਿਲਡਿੰਗਾਂ, ਫੈਕਟਰੀਜ਼ ਬਣਾਈਆਂ, ਆਪਣੇ ਬਿਜ਼ਨਸ ਉਹਨਾਂ ਦੇ ਘਰ-ਬਾਰ, एवरीथिंग इज गोइंग टू बर्न। हर चीज सड़न वाली है, पिघल जाएगी। हाँ जी। और पृथ्वी और उस पर के काम जल जाएंगे। कहना पृथ्वी और उसके काम, ਕਿਹੜੇ ਕੰਮ ਜਿਹੜੇ ਸੀ ਲੋਕ ਕੰਮ ਕਰਦੇ ਆ, ਹਰੇਕ ਦਾ ਕੰਮ ਕੀ ਹੋਊਗਾ? ਵਿਆਹ ਸ਼ਾਦੀ ਵੀ ਸਾਰੀਆਂ ਗੱਲਾਂ ਕੀ ਹੋਗੀ, ਇੱਕ ਦਿਨ ਪਿਘਲ ਜਾਣੀਆਂ ਹੈ, ਮੈਲਟ ਹੋ ਜਾਣੀਆਂ, ਮੈਲਟ। जो जबकि ये वस्तुएं इस रीति से पिघलने वाली हैं, तो तुम्हें पवित्र चाल चलन
और भक्ति में कैसे मनुष्य होना चाहिए। ਕਹਿੰਦਾ ਤੁਸੀਂ ਆਪਣੀ ਜਾਂਚ ਕਰ ਲਓ। ਅੱਜ ਜਾਂਚ ਕਰਨ ਦਾ ਸਮਾਂ ਹੈ ਮੇਰੇ ਭੈਣ ਭਰਾਵੋ। ਮੈਂ ਆਪਣੀ ਜਾਂਚ ਕਰਦਾ ਪਿਆ ਰੋਜ਼। ਮੈਂ ਆਪਣੇ ਨੂੰ ਰੋਜ਼ ਮਾਰਦਾ ਕੁੱਟਦਾ, ਜਿੱਦਾਂ ਪੌਲਸ ਨੇ ਨਾ, ਪੌਲਸ ਕਹਿੰਦਾ ਹੈ ਅਸੀਂ ਰੋਜ਼ ਆਪਣੇ ਮਾਰਦੇ ਕੁੱਟਦੇ ਕਿ ਨਹੀਂ, ਤੈਨੂੰ ਆਪਣੇ ਆਪ ਨੂੰ ਅਸੀਂ ਕੰਟਰੋਲ 'ਚ ਕਰਨਾ, ਬਾਈਬਲ ਦੇ ਅਨੁਸਾਰ ਅਸੀਂ ਲੈ ਕੇ ਆਵਾਂਗੇ। ਨਾ, ਮੇਰਾ ਦਿਲ ਵੀ ਕਹਿੰਦਾ ਕਿ ਮੈਂ ਨਾ ਕਰਾਂ, ਕਿਉਂਕਿ ਸਰੀਰ ਜਿਹੜਾ ਹੈਗਾ ਆਤਮਾ ਦੇ ਵਿੱਚ ਕੀ ਕਰਦਾ ਹੈ, ਵਿਰੋਧ ਉਲਟ ਚੱਲਦਾ। ਉਲਟ ਉਹ ਨਹੀਂ ਚਾਹੁੰਦਾ ਕਿ ਮੈਂ ਸਵੇਰੇ ਉੱਠਾਂ ਤੇ ਮੈਂ ਪ੍ਰਾਰਥਨਾ ਕਰਾਂ, ਲੇਕਿਨ ਅਸੀਂ ਕਰਨਾ ਆ। ਕਿਉਂ ਕਰਨਾ ਹੈ? ਕਿਉਂਕਿ ਕਹਿੰਦਾ ਜੇ ਇਹ ਸਭ ਗੱਲਾਂ ਇਦਾਂ ਪਿਘਲਵਾਉਣੀਆਂ, ਸਾਨੂੰ ਪਵਿੱਤਰ ਆਤਮਾ ਦੇ ਦੁਆਰਾ ਅਸੀਂ ਕਿੱਦਾਂ ਪਵਿੱਤਰਤਾ ਨਾਲ ਜੀਵਨ ਜੀ ਸਕਦੇ ਹਾਂ। ਅਸੀਂ ਇਹ ਦੇਖਣਾ ਕਿ ਮੈਂ ਜਾਣਾ ਆ। ਯਹੋਸ਼ੂਆ ਕਹਿੰਦਾ ਕਿ ਕੋਈ ਪ੍ਰਭੂ ਦੀ ਗੱਲ ਮੰਨੇ ਚਾਹੇ ਨਾ ਮੰਨੇ, ਮੈਂ ਤੇ ਮੇਰਾ ਪਰਿਵਾਰ ਕੀ ਕਰਾਂਗੇ? ਅਸੀਂ ਕਰਾਂਗੇ, ਅਸੀਂ ਖੁਦਾਵੰਦ ਦੇ ਨਾਲ ਜਾਵਾਂਗੇ। ਅੱਜ ਅਸੀਂ ਵੀ ਆਪਣੇ ਆਪ ਨਾਲ ਫੈਸਲਾ ਕਰੀਏ ਕਿ ਕੋਈ ਚੱਲਦਾ ਚਾਹੇ ਨਾ ਚੱਲੇ, ਲੇਕਿਨ ਮੈਂ ਆਪਣੇ ਜੀਵਨ ਨੂੰ ਕੀ ਕਰਨਾ, ਮੈਂ ਸੁਧਾਰਨਾ ਜੀਵਨ ਆਪਣੇ। ਹਾਲੇਲੂਇਆ। ਕਿਉਂਕਿ ਇਹ ਗੱਲਾਂ ਜਿਹੜੀਆਂ ਗੱਲਾਂ ਖਤਮ ਹੋਣ ਵਾਲੀਆਂ ਆ। ਅਸੀਂ ਪੜਾਂਗੇ ਪਹਿਲਾ ਕੁਰਿੰਥੀਆਂ ਜੀ। ਦੇਖਿਏ ਅਸੀਂ ਕਿੰਨੀ ਅੱਛੀ ਗੱਲ ਤੁਸੀਂ ਕਹਿੰਦਾ, ਜਿਹੜੀਆਂ ਵਸਤੂਆਂ ਤੇ ਅਸੀਂ ਧਿਆਨ ਲਾਣੇ ਪਏ ਉਹ ਵਸਤੂਆਂ ਇੱਥੋਂ ਦੀਆਂ ਨਹੀਂ ਹੈਗੀਆਂ। ਉਹ ਵਸਤੂਆਂ ਕਿੱਥੋਂ ਦੀਆਂ? ਸਵਰਗ ਦੀਆਂ। ਸਵਰਗ ਰਾਜ ਦੀਆਂ ਵਸਤੂਆਂ ਹੈ। ਸਾਡੀ ਆਸ਼ਾ ਕੀ ਹੈਗੀ ਆ? ਸਾਡੀ ਆਸ਼ਾ ਹੈ ਇਹ ਹੈ ਕਿ ਮੈਂ ਇੱਕ ਦਿਨ ਕੀ ਕਰੂੰਗੀ, ਮੈਂ ਆਪਣੇ ਖੁਦਾ ਨੂੰ ਮਿਲੂੰਗੀ ਜਾ ਕੇ, ਜੋ ਉਜਾਲੇ ਦੀ ਸੰਤਾਨ। ਹਾਲੇਲੂਇਆ। ਔਰ ਖੁਦਾਵੰਦ ਮੈਨੂੰ ਮੌਤ ਤੋਂ ਬਚਾਊਗਾ। ਹਾਲੇਲੂਇਆ। ਉਸ ਅਨੰਤ ਕਾਲ ਦੀ ਮੌਤ ਤੋਂ ਸਾਨੂੰ ਪ੍ਰਭੂ ਅਨੰਤ ਕਾਲ ਦੇ ਜੀਵਨ ਚ ਲੈ ਕੇ ਜਾਊਗਾ। ਪ੍ਰੇਜ਼ ਦ ਲਾਰਡ। ਅਸੀਂ ਪੜਾਂਗੇ ਪਹਿਲਾ ਕੁਰਿੰਥੀਆਂ 2 ਚੈਪਟਰ ਔਰ ਇਹਦੀ 9 ਆਇਤ ਪੜਾਂਗੇ ਅਸੀਂ। ਪ੍ਰੇਜ਼ ਦ ਲਾਰਡ। ਕਿਉਂਕਿ ਪ੍ਰਭੂ ਸਾਨੂੰ ਸੱਚਮੁੱਚ ਪਿਆਰ ਕਰਦਾ ਔਰ ਆਪਣੇ ਲੋਕਾਂ ਨੂੰ ਉਹ ਦਊਗਾ। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਹਾਂ ਕਹਿੰਦਾ ਜਿਵੇਂ ਲਿਖਿਆ ਹੋਇਆ ਹੈ, ਜਿਹੜੀਆਂ ਵਸਤਾਂ ਹਾਂ ਅੱਖਾਂ ਨਾ ਦੇਖੀਆਂ, ਹਾਂ, ਨਾ ਕੰਨੀ ਸੁਣੀਆਂ, ਪ੍ਰੇਜ਼ ਦ ਨਾ ਲਾਰਡ, ਇਨਸਾਨ ਦੇ ਮਨ ਵਿੱਚ ਆਈਆਂ, ਹਾਂ, ਜਿਹੜੀਆਂ ਵਸਤਾਂ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਹਾਲੇਲੂਇਆ। ਦੇਖੇ ਕਿੰਨੀ ਅੱਛੀ ਗੱਲ ਹੈ। ਸਾਨੂੰ ਬਾਈਬਲ ਦੱਸਦੀ, ਕਹਿੰਦਾ ਜਿਹੜੀਆਂ ਗੱਲਾਂ ਸੀ, ਦੁਆਰਾ ਪੜ੍ਹੀਏ ਬੜੇ ਆਰਾਮ ਨਾਲ, ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ, ਕਹਿੰਦਾ ਜਿਹੜੀਆਂ ਵਸਤਾਂ ਅਸੀਂ ਅੱਖਾਂ ਨਾਲ ਦੇਖਿਆ ਨਹੀਂ ਹੈ ਹੱਲੇ, ਨਾ ਕੰਨੀ ਸੁਣੀਆਂ, ਨਾ ਅਸੀਂ ਸੁਣਿਆ ਕਿ ਸਵਰਗ ਕਿੱਦਾਂ ਦਾ ਹੈਗਾ ਆ, ਨਾ ਅਸੀਂ ਤੇ ਦੇਖਿਆ ਤੱਕ ਉਹਨੇ ਸਵਰਗ ਨੂੰ, ਹੈਵਨ ਨੂੰ, ਅਗੇ ਨਾ ਇਨਸਾਨ ਦੇ ਮਨ ਵਿੱਚ ਆਈਆਂ, ਨਾ ਸਾਡੇ ਮਨ 'ਚ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈਗਾ ਉੱਥੇ ਕਿੱਦਾਂ ਦਾ ਕਲਪਨਾ ਤੋਂ ਪਰੇ ਐਟਮੋਸਫੇਅਰ ਹੈ। ਹੈ। ਸਾਡੀ ਕਲਪਨਾ ਤੋਂ ਕਿਤੇ ਹੀ ਦੂਰ ਹੈ ਸਵਰਗ ਰਾਜ, ਕਿਤੇ ਹੀ ਦੂਰ ਹੈ ਸਵਰਗ। ਜਿਹੜੀਆਂ ਵਸਤਾਂ ਹਾਂ, ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਕਹਿੰਦਾ ਉਹ ਕਿਹਨਾਂ ਵਾਸਤੇ ਤਿਆਰ ਕੀਤੀਆਂ ਪਰਮੇਸ਼ਵਰ ਨੇ? ਆਪਣੇ ਪ੍ਰੇਮੀਆਂ ਲਈ। ਉਹਦੇ ਪ੍ਰੇਮੀ ਕੌਣ ਹੈਗੇ ਆ? ਉਹਦੇ ਪ੍ਰੇਮੀ ਉਹ ਆ ਜਿਹੜੇ ਉਹਦੇ ਬੇਟੇ ਦੇ ਉੱਪਰ ਵਿਸ਼ਵਾਸ ਕਰਦੇ ਆ ਔਰ ਉਹਦੇ ਬੇਟੇ ਦੀ ਗੱਲ ਮੰਨਦੇ ਆ। ਉਹ ਉਹਦੇ ਪ੍ਰੇਮੀ ਆ। ਅਸੀਂ ਪਹਿਲਾਂ ਯੋਹਨਾ ਚ ਇਸ ਗੱਲ ਪੜ੍ਹ ਸਕਦੇ ਹਾਂ। ਕਹਿੰਦੇ ਕੌਣ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਆ? ਕਹਿੰਦਾ ਮੈਨੂੰ ਉਹੀ ਪਿਆਰ ਕਰਦਾ ਜਿਹੜਾ ਮੈਨੂੰ ਪਿਆਰ ਕਰਦਾ, ਮੇਰੀ ਗੱਲ ਨੂੰ ਕੀ ਕਰੂਗਾ? ਉਹ ਮੰਨੇਗਾ। ਮੰਨਦਾ ਵੀ। ਕਹਿੰਦਾ ਮੇਰੇ ਵਚਨ ਵੀ ਪੜੂਗਾ। ਫਿਰ ਉਹ ਮੈਨੂੰ ਪਿਆਰ ਕਰਦਾ ਆ। ਪਿਆਰ ਇਹ ਨਹੀਂ ਕਿ ਮੈਂ ਠੀਕ ਹੈ ਜੈਮਸ਼ੀਰੀ ਜੀ, ਜੈਮਸ਼ੀਰੀ ਆ ਜੀ, ਬਹੁਤ ਬੜਾ ਮੈਨੂੰ ਬਹੁਤ ਪਿਆਰ ਆ ਤੁਹਾਡਾ। ਨਹੀਂ, ਪਿਆਰ ਉਹ ਕਰਦਾ ਜਿਹੜਾ ਆਪਣਾ ਦਰਵਾਜ਼ਾ ਬੰਦ ਕਰਦਾ, ਜਾ ਕੇ ਪ੍ਰਾਰਥਨਾ 'ਚ ਬੈਠਦਾ। ਉਹ ਪਿਆਰ ਕਰਦਾ ਖੁਦਾ। ਜਿਹੜਾ ਜਾ ਕੇ ਬਾਈਬਲ ਪੜ੍ਹਦਾ, ਰੋਜ਼ 2-2 ਘੰਟੇ ਬਾਈਬਲ ਪੜ੍ਹਦਾ, ਉਹ ਪਿਆਰ ਕਰਦਾ ਖੁਦਾ ਨੂੰ। ਜਿਹੜਾ ਕਹਿੰਦਾ ਕਿ ਨਹੀਂ, ਮੈਂ ਦੇਖਣਾ ਆਪਣੇ ਆਪ ਨੂੰ ਕਿ ਮੈਂ ਕਿੱਥੇ ਸਟੈਂਡ ਕਰਦੀ ਪਈ ਹਾਂ, ਮੈਂ ਕਿੱਥੇ ਸਟੈਂਡ ਕਰਦਾ। ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਘਰ ਬੁਲਾ ਕੇ ਖਾਣੇ ਖਿਲਾਓ ਜਾਂ ਤੁਸੀਂ ਪਿਆਰ ਜੱਫੀਆਂ ਪਾਓ। ਜੱਫੀਆਂ ਨਾਲ ਅਸੀਂ ਸਵਰਗ ਨਹੀਂ ਅਸੀਂ ਜਾਣਾ। ਅਸੀਂ ਸਵਰਗ ਉਦੋਂ ਜਾਣਾ ਜਦੋਂ ਮੈਂ ਆਪਣੇ ਖੁਦਾ ਦੇ ਵਚਨ ਨੂੰ ਪੂਰਾ ਕਰੂੰਗਾ ਆਪਣੇ ਜੀਵਨ ਦੇ ਵਿੱਚ। ਉਦੋਂ ਮੈਂ ਜਾਊਂਗਾ ਸਵਰਗ ਵਿੱਚ, ਕਿਉਂਕਿ ਮੈਨੂੰ ਪਤਾ ਆ ਕਿ ਮੈਂ ਖੁਦਾ ਨੂੰ ਪਿਆਰ ਕਰਦਾ ਹਾਂ। ਫਿਰ ਮੇਰੀ ਆਤਮਾ ਮੈਨੂੰ ਕੀ ਕਰੂਗੀ? ਅਗਵਾਈ ਕਰੂਗੀ ਕਿ ਯੂ ਆਰ ਰਾਈਟ ਵਿਦ ਗੋਡ। ਚਾਹੇ ਦੁਨੀਆ ਨਾਲ ਅਸੀਂ ਗਲਤ ਹੋ ਜਾਏ, ਲੋਕੀ ਕੀ ਸੋਚਦੇ ਆ, ਕੀ ਗੱਲਾਂ ਕਰਦੇ ਮੇਰੇ ਬਾਰੇ, ਆਈ ਡੋਂਟ ਕੇਅਰ। ਫਿਰ ਸਾਡੇ ਇਦਾਂ ਦਾ ਹੋਗਾ ਐਟੀਟਿਊਡ ਕਿ ਮੈਂ ਨਹੀਂ ਪਰਵਾਹ ਕਰਦੀ, ਲੇਕਿਨ ਮੇਰਾ ਖੁਦਾ ਮੇਰੇ ਬਾਰੇ ਕੀ ਸੋਚਦਾ ਆ, ਮੈਂ ਇਹ ਦੇਖਣਾ ਕਿ ਮੈਂ ਖੁਦਾ ਨਾਲ ਸਹੀ ਹੈਗਾ ਕਿ ਨਹੀਂ ਹੈਗਾ। ਹਾਲੇਲੂਇਆ। ਤੁਹਾਡੀ ਘੁੱਟਨਿਆਂ ਦੀ ਪ੍ਰਾਰਥਨਾ ਕਿਸੇ ਜੀਵਨ ਦੇ ਵਿੱਚ ਕੰਮ ਕਰੂਗੀ। ਫਿਰ ਹਾਲੇਲੂਇਆ। ਤੁਸੀਂ ਉੱਥੇ ਘਰ ਪ੍ਰਾਰਥਨਾ ਕਰੋਗੇ, ਤੁਹਾਨੂੰ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਕਿ ਮੈਨੂੰ ਪ੍ਰੇ ਕਰੋ ਨਾ, ਕਿਉਂਕਿ ਖੁਦਾ ਦਾ ਵਚਨ ਤੁਹਾਨੂੰ ਚੰਗਾ ਕਰੂਗਾ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਅਸੀਂ ਅੱਗੇ ਪੜਾਂਗੇ। ਲਾਸਟ ਗੱਲ ਮੈਂ ਚਾਹਨਾ ਕਿ ਤੁਹਾਨੂੰ ਮੈਂ ਪੜਾਵਾਂ। ਕਹਿੰਦਾ ਆਪਣੇ ਪ੍ਰੇਮ ਕਰਨ ਵਾਲਿਆਂ ਵਾਸਤੇ ਉਹਨਾਂ ਨੇ ਇਦਾਂ ਦੀ ਗੱਲਾਂ ਰੱਖੀਆਂ ਖੁਦਾ ਨੇ ਜਿਹੜੀਆਂ ਅਸੀਂ ਹਜੇ ਤੱਕ ਸੋਚੀਆਂ ਵੀ ਨਹੀਂ ਹੈਗੀਆਂ, ਨਾ ਸੁਣੀਆਂ, ਨਾ ਸਾਡੀ ਕਲਪਨਾ ਕੀਤੀ ਹੈ। ਅਸੀਂ ਜਾਵਾਂਗੇ 2 ਪਤਰਸ 3:13 ਪੜਾਂਗੇ ਪਹਿਲੇ। ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼, ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਦੇਖੀਏ ਅਸੀਂ ਕਹਿੰਦੇ ਸਵਰਗ ਰਾਜ ਦੀ ਉਡੀਕ ਕਰਦੇ ਪਏ ਆ, ਜਿੱਚ ਕੀ ਹੈਗਾ ਵਸਦਾ ਪਿਆ? ਧਰਮ ਵਸਦਾ। ਧਰਮ ਵਸਦਾ। ਉੱਥੇ ਸੱਚਾਈ ਵਸਦੀ ਆ। ਉੱਥੇ ਕੋਈ ਵੀ ਭੈੜੀ ਚੀਜ਼ ਨਹੀਂ ਜਾ ਸਕਦੀ। ਉੱਥੇ ਕੋਈ ਵੀ ਝੂਠ ਨਹੀਂ ਜਾ ਸਕਦਾ। ਉੱਥੇ ਕੋਈ ਵੀ ਵਿਭਿਚਾਰੀ ਇਨਸਾਨ ਨਹੀਂ ਜਾ ਸਕਦਾ। ਉੱਥੇ ਕੋਈ ਵੀ ਜਿਹੜਾ ਧਰਮੀ ਨਹੀਂ ਹੈਗਾ ਉਹ ਨਹੀਂ ਜਾ ਸਕਦਾ। 5 ਪੜ੍ਹੀਏ। ਪਰ ਉਹਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਅੱਗੇ ਪੜ੍ਹੀਏ। ਇਸ ਲਈ ਹੇ ਪਿਆਰਿਓ, ਕਹਿੰਦੇ ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਉਹਨਾਂ ਗੱਲਾਂ ਦੀ ਉਡੀਕ ਕਰਦੇ ਹੋ, ਹਾਂ ਤੁਸੀਂ ਕਿਹੜਾ ਵੇਟ ਕਰਦੇ, ਤੁਸੀਂ ਉਸ ਗੱਲ ਦੀ ਆਸ਼ਾ ਰੱਖ ਕੇ ਬੈਠੇ ਆ। ਅਸੀਂ ਉਸ ਆਸ ਨੂੰ ਅਸੀਂ ਆਪਣੇ ਜੀਵਨ 'ਚ ਰੱਖਿਆ ਹੋਇਆ। ਤੇ ਫਿਰ ਕੀ ਅੱਗੇ? ਤੇ ਫਿਰ ਯਤਨ ਕਰੋ। ਕਹਿੰਦਾ ਕੀ ਕਰੋ ਤੁਸੀਂ? ਯਤਨ ਕਰੋ। ਯਤਨ ਕਿੰਨਾ ਹੁੰਦਾ ਤੁਸੀਂ ਮੈਨੂੰ?
ਜਦੋਂ ਅਸੀਂ ਕੋਈ ਚੀਜ਼ ਨੂੰ ਅਸੀਂ ਯਤਨ ਨਾ ਕਰ ਐਫਰਟ ਕਰਨੇ ਪੈਣੇ ਸਾਨੂੰ, ਵਿਦਆਊਟ ਐਫਰਟ ਨਹੀਂ। ਸਾਨੂੰ ਬਚਨ ਕਹਿੰਦਾ ਕਿ ਸਾਨੂੰ ਐਫਰਟ ਕਰਨੇ ਪੈਣੇ ਆ, ਸਾਨੂੰ ਆਪਣੇ ਆਪ ਨੂੰ ਉਸ ਜਗ੍ਹਾ ਤੇ ਲੈ ਕੇ ਆਉਣਾ ਪੈਣਾ ਆ। ਪੌਲੁਸ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਮਾਰਦਾ ਕੁੱਟਦਾ ਤੇ ਮੈਂ ਪ੍ਰਭੂ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਉਹਦੇ ਸਬਜੈਕਸ਼ਨ 'ਚ ਲੈ ਕੇ ਆਉਣਾ, ਉਹਦੇ ਅੰਡਰ ਲੈ ਕੇ ਆਉਣਾ ਕਿ ਨਹੀਂ ਪ੍ਰਭੂ ਮੈਂ ਇਹ ਏਦਾਂ ਕਰੂੰਗਾ, ਚਾਹੇ ਮੇਰਾ ਦਿਲ ਮੰਨੇ ਚਾਹੇ ਨਾ ਮੰਨੇ, ਲੇਕਿਨ ਮੈਂ ਤੈਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਣਾ ਹੀ ਆਣਾ। ਮੈਂ ਅੱਗੇ ਕਹਿੰਦਾ ਯਤਨ ਕਰੋ ਭਾਈ ਹਾਂ ਤੁਸੀਂ ਸ਼ਾਂਤੀ ਨਾਲ ਨਿਰਮਲ ਅਤੇ ਆਰਾਮ ਨਾਲ ਪੜਾਂਗੇ ਇਸ ਨੂੰ, ਸ਼ਾਂਤੀ ਦੇ ਨਾਲ ਨਿਰਮਲ ਉਹਦੇ ਅੱਗੇ ਨਿਰਮਲ ਅਤੇ ਨਿਸ਼ਕਲੰਕ ਠਹਿਰੋ। ਹਾਂ ਕਹਿੰਦਾ ਤੁਸੀਂ ਨਿਰਮਲ ਠਹਿਰੋ ਤੇ ਨਿਸ਼ਕਲੰਕ ਮਤਲਬ ਕਿ ਸਾਡੇ ਜੀਵਨ ਦੇ ਵਿੱਚ ਕੋਈ ਪਾਪ ਨਾ ਹੋਵੇ। ਔਰ ਨਿਰਮਲ ਦਾ ਮਤਲਬ ਕੀ ਹੈਗਾ? ਸਾਫ, ਹੰਬਲ, ਸਾਫ ਹੰਬਲ ਰਹੋ ਤੁਸੀਂ ਆਪਣੇ ਆਪ ਖੁਦਾ ਦੇ ਅੱਗੇ ਹੰਬਲ ਰਹੋ, ਪਵਿੱਤਰਤਾ ਵਿੱਚ ਰਹਿਣਾ ਸੀ। ਕਹਿੰਦਾ ਤਾਂ ਕਿ ਤੁਸੀਂ ਕੀ ਕਰੋ, ਤੁਸੀਂ ਆਪਣੇ ਆਪ ਨੂੰ ਨਿਸ਼ਕਲੰਕ ਠਹਿਰੋ ਔਰ ਖੁਦਾ ਦੇ ਅੱਗੇ ਤੁਸੀਂ ਪਵਿੱਤਰ ਰੱਖੋ, ਤਾਂ ਕਿ ਸਾਡਾ ਖੁਦਾਬੰਦ ਜਦੋਂ ਆਵੇ ਤੇ ਸਾਨੂੰ ਆਪਣੇ ਨਾਲ ਉਹ ਲੈ ਕੇ ਜਾ ਸਕੇ। ਲਾਸਟ ਗੱਲ ਅਸੀਂ ਪੜਾਂਗੇ, ਅਸੀਂ ਜਾਵਾਂਗੇ ਇਬਰਾਨੀਆਂ ਦਾ ਖੱਤ, ਅਸੀਂ ਉਹਦਾ 13 ਦੀ 14 ਪੜਾਂਗੇ ਅਸੀਂ। ਕਿਉਂ ਜੋ ਸਾਡਾ ਇੱਥੋਂ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ। ਕਹਿੰਦਾ ਕਿਉਂ ਜੋ ਸਾਡਾ ਇੱਥੇ ਕੋਈ ਵੀ ਸਥਿਰ ਰਹਿਣ ਵਾਲਾ ਸ਼ਹਿਰ ਕੋਈ ਨਹੀਂ ਹੈਗਾ। ਹਰੇਕ ਇਨਸਾਨ ਨੇ ਇੱਕ ਦਿਨ ਇਸ ਘਰ ਨੂੰ ਛੱਡ ਦੇਣਾ ਆ, ਹਰੇਕ ਇਨਸਾਨ ਨੇ ਇੱਕ ਦਿਨ ਮਰ ਜਾਣਾ ਆ। ਮੈਂ ਤੁਹਾਨੂੰ ਸਾਫ਼ ਕਿਉਂ ਕਹਿੰਦਾ, ਸਾਫ਼ ਸ਼ਬਦ ਕਹਿੰਦੇ ਹੁੰਦੇ ਆ ਕੜਵੇ ਹੁੰਦੇ, ਲੇਕਿਨ ਉਹ ਦਵਾਈ ਵਾਂਗ ਅਸਰ ਕਰਦੇ ਆ। ਵਚਨ ਸਾਫ਼ ਤੇ ਸਿੱਧਾ ਆ, ਵਚਨ ਤੁਹਾਨੂੰ ਕੋਈ ਟੇਢਾ ਮੇਢਾ ਨਹੀਂ ਆ। ਵਚਨ ਸਾਫ਼ ਆਖਦਾ ਆ ਕਿ ਅਸੀਂ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਚਲ ਜਾਣਾ ਆ। ਸਾਡਾ ਤੇ ਕੋਈ ਸਥਿਰ ਘਰ ਨਹੀਂ ਹੈਗਾ। ਅਸੀਂ ਸੋਚਦੇ ਆ ਕਿ ਮੈਂ ਘਰ ਬਣਾ ਲਿਆ ਜੀ ਆਪਣਾ। ਵਚਨ ਦੱਸਦਾ ਕਹਿੰਦਾ ਅਮੀਰ ਇਨਸਾਨ ਕੀ ਕਰਦਾ ਆ, ਹਰੇਕ ਕੋਈ ਚਾਹੇ ਗਰੀਬ ਅਮੀਰ ਆ, ਉਹ ਕੀ ਕਰਦਾ ਆ, ਘਰ ਬਣਾਉਂਦਾ ਆ। ਲੇਕਿਨ ਕਹਿੰਦਾ ਉਹਦੇ ਮਰਨ ਤੋਂ ਬਾਅਦ ਚੋਂ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਘਰ ਉਹਨਾਂ ਨੇ ਇਸਤੇਮਾਲ ਕਰਨਾ ਕਿ ਕਰਨਾ, ਬੱਚਿਆਂ ਨੇ ਜਾਂ ਪੈਸਾ ਛੱਡ ਕੇ ਜਾਂਦਾ ਵੀ ਉਹ ਪੈਸੇ ਦਾ ਉਹਨਾਂ ਨੇ ਕਿੱਦਾਂ ਇਸਤੇਮਾਲ ਕਰਨਾ ਹੈ। ਵਚਨ ਦੱਸਦਾ ਆ ਸੋ ਅਸੀਂ ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ। ਕਹਿੰਦਾ ਕਿਉਂ ਜੋ ਸਾਡਾ ਇੱਥੇ ਕੋਈ ਵੀ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ। ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਪਏ ਆ, ਅਸੀਂ ਵੇਟ ਕਰ ਰਹੇ ਹਾਂ, ਅਸੀਂ ਉਸ ਆਸ਼ਾ ਨੂੰ ਲੈ ਕੇ ਚੱਲਦੇ ਪਏ ਆ ਕਿ ਜਦੋਂ ਅਸੀਂ ਇਸ ਦੁਨੀਆ ਤੋਂ ਜਾਵਾਂਗੇ ਤਾਂ ਅਸੀਂ ਉਸ ਸ਼ਹਿਰ 'ਚ ਪਹੁੰਚਾਂਗੇ ਜਿਹੜਾ ਸ਼ਹਿਰ ਸੁਰਗ ਵਿੱਚ ਹੈਗਾ ਆ। ਹਾਲੇਲੂਇਆ। ਮੈਂ ਤਾਂ ਪਹਿਲੇ ਕਿਹਾ ਤੁਹਾਨੂੰ ਦੱਸੂਗਾ ਕਿ ਸ਼ਹਿਰ ਹੈਗਾ ਆ, ਇੱਥੋਂ ਵਾਂਗ ਨਹੀਂ ਹੈਗਾ, ਉਹ ਇਤੋਂ ਕਿਤੇ ਸੁੰਦਰ। ਪ੍ਰਕਾਸ਼ ਦੀ ਪੋਥੀ 21 ਅਧਿਆਏ ਇਹਦੇ 1 ਤੋਂ ਪੜ੍ਹੀਏ ਹਾਂਜੀ, ਥੋੜਾ ਜਿਹਾ ਮੈਂ ਟੱਚ ਕਰਾਂਗਾ, ਉਸ ਤੋਂ ਬਾਅਦ ਮੇਰਾ ਬਚਨ ਇੱਥੇ ਫਿਨਿਸ਼ ਹੈ। ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ। ਕਹਿੰਦਾ ਮੈਂ ਨਵਾਂ ਆਕਾਸ਼ ਦੇਖਿਆ ਤੇ ਨਵੀਂ ਧਰਤੀ ਦੇਖੀ, ਯਾਨੀ ਕਿ ਇਹ ਧਰਤੀ ਵਾਂਗ ਇੱਕ ਹੋਰ ਆਕਾਸ਼ ਦੇਖਿਆ ਤੇ ਇੱਕ ਹੋਰ ਧਰਤੀ ਦੇਖੀ। ਕਹਿੰਦੇ ਦੇਖੀ ਯੂਹੰਨਾ ਨੇ, ਯੂਹੰਨਾ ਨੂੰ ਪ੍ਰਭੂ ਯਿਸੂ ਮਸੀਹ ਨੇ ਪੂਰਾ ਸਵਰਗ ਰਾਜ ਵਿੱਚ ਲੈ ਕੇ ਗਏ ਆ। ਉੱਥੇ ਦਿਖਾਉਂਦੇ ਪਏ ਕਿ ਆਹ ਦੇਖ, ਆਹ ਸੱਚਾਈ ਆ ਕਿ ਇਨਸਾਨ ਜਿਹੜੀ ਅਸੀਂ ਹੁਣੇ ਗੱਲ ਕੀਤੀ ਹੈ ਕਿ ਸਾਡੀ ਆਸ਼ਾ ਕੀ ਹੈਗੀ ਆ, ਸਾਡੀ ਆਸ਼ਾ ਹੈ ਹੀ ਹੈ ਕਿ ਅਸੀਂ ਮਰ ਕੇ ਅਸੀਂ ਖੁਦਾਵੰਦ ਦੇ ਨਾਲ ਜਾਵਾਂਗੇ। ਤੇ ਉਹਨੇ ਕੀ ਦੇਖਿਆ ਫਿਰ ਉੱਥੇ? ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੇਖੀ, ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ। ਕਹਿੰਦਾ ਪਹਿਲਾ ਆਕਾਸ਼ ਪਹਿਲੀ ਧਰਤੀ ਕੀ ਹੋ ਗਈ? ਜਾਂਦੀ ਰਹੀ। ਉਹਨੇ ਪੜਿਆ ਸੀ, ਉਹਦੇ ਵਿੱਚ ਪੜਿਆ ਸੀ ਨਾ, ਅਸੀਂ ਉਹਨੇ ਦੂਸਰਾ ਪਤਰਸ ਪੜਿਆ ਕਿ ਇਹ ਧਰਤੀ ਦਾ ਆਕਾਸ਼ ਕੀ ਹੋਗਾ, ਇਹ ਸਭ ਕੁਝ ਇੱਕ ਦਿਨ ਪਿਘਲ ਜਾਣੇ। ਉਹਨੇ ਦੇਖ ਲਿਆ ਆਲਰੇਡੀ, ਉਹਨੇ ਦੇਖ ਚੁੱਕਾ ਜੋ ਹੋਣ ਵਾਲਾ। ਉਹਨੇ ਪਹਿਲੇ ਦਿਖਾ ਦਿੱਤਾ ਖੁਦਾ ਨੇ ਉਹਨੂੰ ਕਿ ਮੈਂ ਨਵਾਂ ਆਕਾਸ਼ ਤੇ ਨਵੀਂ ਧਰਤੀ ਦੇਖੀ। ਹਾਂਜੀ ਬੋਲੀ ਜਗੇ। ਅਤੇ ਹੁਣ ਅਗਾਹਾਂ ਨੂੰ ਸਮੁੰਦਰ ਹੈ ਹੀ ਨਹੀਂ। ਕਹਿੰਦਾ ਸਮੁੰਦਰ ਵੀ ਚਲਾ ਗਿਆ, ਸਮੁੰਦਰ ਵੀ ਹੈ ਨਹੀਂ ਹੁਣ। ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੈ, ਪਰਮੇਸ਼ਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ। ਕਹਿੰਦਾ ਮੈਂ ਫਿਰ ਯਰੂਸ਼ਲਮ, ਨਵਾਂ ਯਰੂਸ਼ਲਮ ਦੇਖਿਆ। ਯਰੂਸ਼ਲਮ ਮਤਲਬ ਕਿ ਅਸੀਂ ਲੋਕ ਪ੍ਰਭੂ ਦੇ ਕੀ ਹੈਗੇ ਆ, ਇੱਕ ਸ਼ਹਿਰ ਦੇਖਿਆ ਜਿੰਨਾ 'ਚ ਧਰਮ ਵਸਦਾ ਸੀ। ਹੁਣੇ ਪੜਿਆ ਉਹ ਨਗਰ, ਉਹ ਸ਼ਹਿਰ ਜਿੱਥੇ ਧਰਮ ਦਾ ਵਾਸ ਹੁੰਦਾ ਆ। ਅਸੀਂ ਉਹ ਧਰਮੀ ਲੋਕ ਆ ਜਿੱਥੇ ਅਸੀਂ ਆਪਣੇ ਪਰਮੇਸ਼ਰ ਕੀ ਕਰਨਾ ਹੈ, ਉੱਥੇ ਵਾਸ ਕਰਨਾ ਹੈ। ਹਾਲੇਲੂਇਆ। ਅੱਗੇ ਅਤੇ ਮੈਂ ਸਿੰਹਾਸਨ ਤੋਂ ਇੱਕ ਵੱਡੀ ਆਵਾਜ਼ ਇਹ ਆਖਦੀ ਸੁਣੀ, ਭਈ ਵੇਖ ਪਰਮੇਸ਼ਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪ੍ਰਜਾ ਹੋਣਗੇ ਅਤੇ ਪਰਮੇਸ਼ਰ ਆਪ ਉਹਨਾਂ ਦਾ ਪਰਮੇਸ਼ਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਪ੍ਰੇਜ਼। ਉਹ ਕਹਿੰਦਾ ਮੈਂ ਸਿਆਸਤ ਦੀ ਵੱਡੀ ਆਵਾਜ਼ ਸੁਣੀ, ਖੁਦਾਵੰਦ ਦਾ ਕਹਿੰਦੇ ਡੇਰਾ ਕਿੰਨਾ ਸ਼ਕਾ ਹੈ, ਮਨੁੱਖਾਂ ਦੇ ਵਿੱਚ ਉਹਦਾ ਡੇਰਾ ਆ ਹੁਣ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪਹੁੰਚੇਗਾ। ਕਿਹੜੇ ਹੰਝੂ ਪਹੁੰਚੇਗਾ? ਉਹਨਾਂ ਦੀਆਂ ਅੱਖਾਂ ਤੋਂ ਜਿਹੜੇ ਹੰਝੂ ਸਾਨੂੰ ਇੱਥੇ ਮਿਲਦੇ ਪਏ ਦੁਨੀਆ ਦੇ ਉੱਪਰ। ਜਦੋਂ ਅਸੀਂ ਲੋਕਾਂ ਨੂੰ ਸਮਝਾਉਂਦੇ ਆ, ਜਦੋਂ ਅਸੀਂ ਉਹਨਾਂ ਵਾਸਤੇ ਪ੍ਰੇ ਕਰਦੇ ਆ, ਲੋਕ ਨਹੀਂ ਤੁਹਾਡੀ ਗੱਲ ਮੰਨਦੇ, ਤੁਹਾਨੂੰ ਹਰਟ ਕਰਦੇ, ਲੋਕ ਆਪਣੇ ਭੈੜੇ ਵਿਵਹਾਰ ਜਦੋਂ ਕਰਦੇ ਆ, ਉਹ ਸਾਡੇ ਦਿਲ 'ਚ ਕੀ ਕਰਦੇ ਆ,
ਉਹ ਸਾਡੇ ਦਿਲ 'ਚ ਜ਼ਖਮ ਕਰਦੇ ਆ, ਅਸੀਂ ਰੋਂਦੇ ਆ। ਅਸੀਂ ਇਦਾਂ ਤਾਂ ਨਹੀਂ ਰੋਂਦੇ, ਲੇਕਿਨ ਸਾਡਾ ਦਿਲ ਅੰਦਰੋਂ ਕੀ ਕਰਦਾ ਹੈ? ਰੋਂਦਾ ਆ। ਜਦੋਂ ਤੁਹਾਡੀ ਭੈਣ ਤੁਹਾਡੇ ਨਾਲ ਗਲਤ ਬਿਹੇਵ ਕਰਦੀ, ਤੁਹਾਡਾ ਭਰਾ, ਤੁਹਾਡੀ ਮਾਂ, ਤੁਹਾਡੇ ਬੱਚੇ ਬੇਟੀਆਂ, ਤੁਹਾਡੇ ਪਤੀ ਪਤਨੀ ਜਦੋਂ ਇੱਕ ਦੂਜੇ ਨਾਲ ਕਰਦੇ ਆ, ਉਹ ਜਿਹੜੇ ਹੰਝੂ ਹੈਗੇ ਆ, ਖੁਦਾਵੰਦ ਕਹਿੰਦਾ ਕਿ ਮੈਂ ਉਹਨਾਂ ਨੂੰ ਕੀ ਕਰੂੰਗਾ? ਪੋਂਛੂੰਗਾ। ਅੰਜੂ ਪੁੰਜੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ। ਕਹਿੰਦਾ ਮੌਤ ਤੁਹਾਡੇ ਉੱਪਰ ਹੁਣ ਨਹੀਂ ਹੋਊਗੀ, ਨਾ ਅਗਾਹਾਂ ਨੂੰ ਸੋਗ, ਨਾ ਸੋਗ ਹੋਗਾ ਕਿ ਹਾਏ ਹਰ ਵੇਲੇ ਉਦਾਸੀ। ਕਿਉਂਕਿ ਇਨਸਾਨ ਥੱਕ ਜਾਂਦਾ, ਇਨਸਾਨ ਥੱਕਿਆ ਹੋਇਆ ਆਪਣੇ ਕੰਮ ਕਰ ਕਰਕੇ, ਆਪਣੇ ਆਪ ਨੂੰ ਉਹ ਕਿੰਨਾ ਕੁ ਅਸੀਂ ਕਰ ਸਕਦੇ ਹਾਂ। ਇਨਸਾਨ ਦੀ ਇੱਕ ਲਿਮਿਟ ਹੈ, ਇੱਕ ਲੈਵਲ ਤੇ ਆ ਕੇ ਇਨਸਾਨ ਸਟ੍ਰੈਸ ਵਿੱਚ ਆ ਜਾਂਦਾ, ਤਾਂ ਹੀ ਉਹ ਕਹਿੰਦਾ ਸੋਗ ਰਹਿੰਦਾ ਇਨਸਾਨ ਨੂੰ। ਇਨਸਾਨ ਹਮੇਸ਼ਾ, ਕਿਉਂਕਿ ਵਚਨ 'ਚ ਇਹ ਗੱਲ ਵਚਨ 'ਚ ਲਿਖੀ ਹੈ, ਕਹਿੰਦਾ ਤੂੰ ਮਿੱਟੀ ਜਿਹੜੀ ਆ ਹੈਗੀ ਨਾ, ਜਿਹੜੀ ਧਰਤੀ, ਕਹਿੰਦੇ ਇਹ ਊਂਟ ਕਟਾਰੇ ਤੇਰੇ ਵਾਸਤੇ ਉਗਾਓਗੇ, ਯਾਨੀ ਕਿ ਤੇਰੇ ਵਾਸਤੇ ਇਹ ਪ੍ਰੋਬਲਮ ਕ੍ਰੀਏਟ ਕਰੂਗੀ। ਆਦਮ ਨੂੰ ਕਹੀ ਨਹੀਂ ਗੱਲ ਖੁਦਾ ਨੇ, ਤੇ ਤੂੰ ਕਹਿੰਦੇ ਮਿੱਟੀ ਦੇ ਪਸੀਨੇ ਦੀ ਕੀ ਕਰੂੰਗਾ? ਤੂੰ ਆਪਣੀ ਕਮਾਈ ਖਾਊਂਗਾ। ਤੂੰ ਪਸੀਨਾ ਮਤਲਬ ਕੀ ਹੈਗਾ? ਪਸੀਨੇ ਦਾ ਕਿ ਅਸੀਂ ਜਦੋਂ ਮਿਹਨਤ ਕਰਦੇ ਹਾਂ ਤੇ ਅਸੀਂ ਉਹਨਾਂ ਮਿਹਨਤ ਨੂੰ ਸਾਨੂੰ ਚੰਗੀ ਤਰ੍ਹਾਂ ਫਲ ਨਹੀਂ ਮਿਲਦਾ ਉਹਦਾ, ਤੇ ਅਸੀਂ ਫਿਰ ਜੂਝਦੇ ਹਾਂ ਉਹਦੇ ਨਾਲ। ਨਾ ਸੋਗ, ਨਾ ਰੋਣਾ, ਨਾ ਦੁੱਖ ਹੋਵੇਗਾ, ਨਾ ਦੁੱਖ ਹੋਊਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹਿਣ, ਕਹਿੰਦਾ ਖਤਮ ਹੋ ਗਈਆਂ, ਦੁਨੀਆਦਾਰੀ ਦੀਆਂ ਗੱਲਾਂ ਸਭ ਕੁਝ ਖਤਮ ਹੋ ਗਈਆਂ ਇੱਥੇ। ਅਤੇ ਉਹ ਜਿਹੜਾ ਸਿੰਹਾਸਨ ਉੱਤੇ ਵਿਰਾਜਮਾਨ ਹੈ ਬੋਲਿਆ, ਵੇਖ ਮੈਂ ਸਭ ਕੁਝ ਨਵਾਂ ਬਣਾਉਣਾ, ਸਭ ਕੁਝ ਨਵਾਂ ਬਣਾ ਦਿੱਤਾ। ਸਾਡੀ ਆਸ਼ਾ ਇਹ ਹੈ ਕਿ ਅਸੀਂ ਨਵੀਂ ਧਰਤੀ ਹੋਗੀ, ਨਵੇਂ ਕਾਸ਼ ਪਰ ਜਾਣਾ ਅਸੀਂ। ਹਾਂਜੀ, ਕਿਹੜੇ ਲੋਕ ਨਹੀਂ ਜਾਣਗੇ ਹੈਵਨ ਦੇ ਵਿੱਚ? ਡਰਾਕਲਾ, ਕਹਿੰਦੇ ਜਿਹੜੇ ਲੋਕ ਡਰਪੋਕ ਹੈਗੇ ਆ, ਬੇਪਰਤੀਤਿਆਂ, ਕਿਹੜੀ ਗੱਲ ਤੋਂ ਹੈਗੇ ਡਰਪੋਕ? ਉਹ ਪ੍ਰਭੂ ਦਾ ਵਚਨ ਡਰਦੇ, ਉਹ ਦੱਸਦੇ ਲੋਕਾਂ ਨੂੰ ਕੀ ਕਰਦੇ, ਉਹ ਡਰਦੇ ਆ। ਉਹ ਕਹਿੰਦੇ ਨਹੀਂ ਮੈਂ ਆਪਣੀ ਜੌਬ ਤੇ ਪ੍ਰਭੂ ਦਾ ਵਚਨ ਸ਼ੇਅਰ ਕਰਨਾ, ਕਿਤੇ ਮੈਨੂੰ ਜੌਬ ਤੋਂ ਨਾ ਕੱਢ ਦੇਣਾ, ਕਿਤੇ ਇਹਦਾ ਕਿਤੇ ਬਿਹੇਵੀਅਰ ਮੇਰੇ ਨਾਲ ਬਦਲ ਨਾ ਜਾਵੇ। ਉਹ ਡਰਦੇ ਆ, ਉਹ ਲੋਕ ਖੁਦਾ ਦੇ ਰਾਜ ਤਾਣਗੇ। ਉਹ ਬੇਪਰਤੀਤੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਹੈਗੇ, ਬੇਪਰਤੀਤੇ ਵੀ ਨਹੀਂ ਜਾਣੇ ਖੁਦਾ ਦੇ ਰਾਜ ਦੇ ਵਿੱਚ। ਘਿਨੌਣੇ ਕੰਮ ਜਿਹੜੇ ਕਰਦੇ, ਜਿਹੜੇ ਹੱਲੇ ਵੀ ਭੈੜੀ ਗੱਲਾਂ 'ਚ ਲੱਗੇ ਹੋਏ, ਉਹਨਾਂ ਨੇ ਵੀ ਖੁਦਾ ਦੇ ਰਾਜ ਵਿੱਚ ਨਹੀਂ ਜਾਣਾ। ਖੂਨੀਆਂ ਨੇ, ਜਿਹੜੇ ਕਤਲ ਕਰਦੇ, ਜਿਹੜੇ ਹਰਾਮਕਾਰ, ਜਿਹੜੇ ਹੱਲੇ ਵੀ ਆਪਣੀ ਮਸਤੀਆਂ 'ਚ ਲੱਗੇ ਹੋਏ ਆ, ਭੈੜੀ ਗਾਲਾਂ ਕੱਢਦੇ ਆ, ਸ਼ਰਾਬਾਂ ਪੀਂਦੇ ਆ, ਜੂਏ ਖੇਡਦੇ ਆ, ਸਾਰੀ ਭੈੜੀ ਗੱਲਾਂ ਕਰਦੇ ਆ, ਉਹਨਾਂ ਨੇ ਨਹੀਂ ਜਾਣਾ। ਜਾਦੂਗਰਾਂ ਨੇ ਨਹੀਂ ਜਾਣਾ, ਜਿਹੜੇ ਜਾਦੂ ਟੋਨੇ ਕਰਦੇ ਆ, ਉਹਨਾਂ ਨੇ ਨਹੀਂ ਜਾਣਾ। ਮੂਰਤੀ ਪੂਜਾ ਨੇ ਬਿਲਕੁਲ ਨਹੀਂ ਜਾਣਾ। ਅਤੇ ਸਾਰੀਆਂ ਮੂਰਤੀ ਪੂਜਾ ਮਤਲਬ ਕਿ ਇਹ ਨਹੀਂ ਕਿ ਮੂਰਤੀ ਪੂਜਾ ਜਿਹੜੇ ਮੂਰਤੀਆਂ ਬਣਾਉਂਦੇ, ਨਹੀਂ, ਉਹ ਨਹੀਂ। ਜਿਹੜਾ ਕੋਈ ਇਨਸਾਨ ਆਪ ਖੁਦਾ ਤੋਂ ਪਹਿਲ ਕਿਸੇ ਨੂੰ ਦਿੰਦਾ ਹੈ, ਉਹ ਮੂਰਤੀ ਪੂਜਕ ਆ। ਹਾਂਜੀ, ਅਤੇ ਸਾਰੇ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ। ਉਹ ਦੂਜੀ ਮੌਤ ਹੈ। ਬਸ ਉਹ ਦੂਜੀ ਮੌਤ ਆ, ਜਿਹਦੀ ਮੌਤ ਬਾਰੇ ਅਸੀਂ ਸਭ ਤੋਂ ਪਹਿਲੇ ਵਚਨ ਪੜਿਆ। ਕਹਿੰਦੇ ਹਰੇਕ ਝੂਠ ਦਾ ਗੜਨ ਵਾਲਾ ਝੂਠਾ ਇਨਸਾਨ ਖੁਦਾ ਦੇ ਰਾਜ ਵਿੱਚ ਨਹੀਂ ਜਾ ਸਕਦਾ। ਅਸੀਂ ਲਾਸਟ ਵਿੱਚ ਪੜਾਂਗੇ, ਅਸੀਂ ਉਸੇ ਗੱਲ ਨੂੰ ਪੜਾਂਗੇ, ਭਜਨ ਸੰਹਿਤਾ 33 ਅਧਿਆਏ ਤੇ ਉਹਦੀ 18 ਤੇ 19 ਆਇਤ ਪੜਾਂਗੇ, ਜਿੱਥੋਂ ਸ਼ੁਰੂ ਕੀਤਾ ਸੀਗਾ ਕਿ ਸਾਡੀ ਆਸ਼ਾ, ਜਿਹੜਾ ਸਾਡੀ ਆਸ਼ਾ ਹੈਗੀ ਆ, ਉਹ ਖੁਦਾਵੰਦ ਉਹਨੂੰ ਕੀ ਕਰੂਗਾ? ਉਹਨੂੰ ਪੂਰਾ ਕਰੂਗਾ। ਵੇਖੋ ਯਹੋਵਾ ਦੀ ਨਿਗਾਹ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ। ਕਹਿੰਦਾ ਯਹੋਵਾ ਦੀ ਨਿਗਾਹ, ਯਾਨੀ ਖੁਦਾਵੰਦ ਦੀ ਨਿਗਾਹ, ਸਵਰਗੀ ਪਰਮੇਸ਼ਰ ਦੀ ਨਿਗਾਹ ਆਪਣੇ ਡਰ ਮੰਨਣ ਵਾਲਿਆਂ ਤੇ ਆ, ਜਿਹੜਾ ਕਿ ਵਚਨ ਸੁਣ ਕੇ ਆਪਣੇ ਆਪ ਨੂੰ ਡਰਦਾ ਹੈ, ਕੰਬਦਾ ਹੈ। ਕਹਿੰਦਾ ਪ੍ਰਭੂ ਕਹਿੰਦਾ ਮੈਂ ਉਹਨੂੰ ਹਮੇਸ਼ਾ ਉਹਦੇ ਉੱਪਰ ਮੇਰੀ ਨਿਗਾਹ ਹੋਊਗੀ। ਅੱਗੇ ਉਹਨਾਂ ਉੱਤੇ ਜਿਹੜੇ ਉਸ ਦੀ ਦਇਆ ਨੂੰ ਉਡੀਕਦੇ ਹਨ, ਜਿਹੜੇ ਉਹਦੀ ਦਇਆ ਨੂੰ ਉਡੀਕਦੇ। ਇਹ ਦਇਆ ਸਾਡੇ ਤੇ ਹੋ ਗਈ ਹੈ, ਲੇਕਿਨ ਅਸੀਂ ਉਹਨੂੰ ਉਡੀਕ ਦੇ ਵਿੱਚ ਬੈਠੇ ਹਾਂ। ਹਾਲੇਲੂਇਆ। ਭਈ ਉਹਨਾਂ ਦੀ ਜਾਨ ਮੌਤ ਤੋਂ ਛੁਡਾਵੇ। ਕਿੱਥੋਂ ਛੁਡਾਵੇ ਉਹਨਾਂ ਦੀ ਜਾਨ? ਮੌਤ ਤੋਂ। ਅਸੀਂ ਹੁਣੇ ਪੜਿਆ, ਕਹਿੰਦਾ ਦੂਈ ਮੌਤ ਹੋਗੀ ਉਹਨਾਂ ਲੋਕਾਂ ਦੀ, ਜਿਹੜੇ ਲੋਕ ਨਰਕ ਜਾਣਗੇ। ਉਹਨਾਂ ਦੀ ਕਿਹੜੀ ਮੌਤ ਹੋਣੀ ਹੈ? ਇਹ ਦੂਸਰੀ। ਉਸ ਮੌਤ ਤੋਂ ਸਾਨੂੰ ਖੁਦਾ ਨੇ ਬਚਾਇਆ ਹੈ। ਹਾਲੇਲੂਇਆ। ਸਾਨੂੰ ਉਸ ਮੌਤ ਤੋਂ ਖੁਦਾ ਨੇ ਬਚਾ ਚੁੱਕੇ ਆ, ਕਿਉਂਕਿ ਅਸੀਂ ਉਸ ਆਸ਼ਾ ਨੂੰ ਲੈ ਕੇ ਹੁਣ ਚੱਲਦੇ ਪਏ ਹਾਂ। ਸਾਡੀ ਆਸ਼ਾ ਇਹੀ ਆ ਕਿ ਯਿਸੂ ਮਸੀਹ ਨਾਲ ਅਸੀਂ ਰਵਾਂਗੇ। ਅਸੀਂ ਹੁਣੇ ਪੜਿਆ, ਕਹਿੰਦੇ ਤੁਹਾਡਾ ਸੋਗ ਨਹੀਂ ਹੋਊਗਾ ਉੱਥੇ, ਨਾ ਤੁਹਾਨੂੰ ਕੋਈ ਉੱਥੇ ਸਟ੍ਰੈਸ ਹੋਊਗਾ। ਸਾਰੀ ਗੱਲਾਂ ਕਹਿੰਦੇ ਪ੍ਰਭੂ ਕਹਿੰਦੇ ਮੈਂ ਕੀ ਕਰੂੰਗਾ? ਨਵੀਆਂ ਕਰ ਦੂੰਗਾ ਮੈਂ। ਲੇਕਿਨ ਉਹਨਾਂ ਵਾਸਤੇ ਆ ਜਿਹੜੇ ਉਹਨੂੰ ਡਰਦੇ ਤੇ ਉਹਦੇ ਵਿਚਨ ਨੂੰ ਕੀ ਕਰਦੇ ਆ? ਮੰਨਦੇ ਆ, ਤੇ ਆਪਣੇ ਜੀਵਨ ਨੂੰ ਕੀ ਕਰਦੇ? ਉਹ ਠੀਕ ਕਰਦੇ ਆ। ਲਾਸਟ ਗੱਲ ਪੜਾਂਗੇ 19। ਭਈ ਉਹਨਾਂ ਦੀ ਜਾਨ ਮੌਤ ਤੋਂ ਛੁਡਾਵੇ। ਹਾਂਜੀ। ਅਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਿਆਂ ਰੱਖੇ। ਕਾਲ ਵਿੱਚ ਸਾਨੂੰ ਖੁਦਾ ਨੇ ਜਿਉਂਦਿਆਂ ਰੱਖਣਾ ਆ। ਸਾਡੀ ਰੂਹ ਮਰੂਗੀ ਨਹੀਂ, ਲੇਕਿਨ ਖੁਦਾ ਨੇ ਉਹਨਾਂ ਲੋਕਾਂ ਨੂੰ ਕਿੱਥੇ ਪਾਣਾ ਹੈ? ਉਸ ਗੰਦਕ ਦੀ ਝੀਲ ਦੇ ਵਿੱਚ, ਜਿੱਥੇ ਕਹਿੰਦੇ ਮੌਤ ਹਮੇਸ਼ਾ ਰਹੂਗੀ ਉਹਨਾਂ ਦੇ ਨਾਲ। ਉਹ ਕਾਲ ਹਮੇਸ਼ਾ ਬਣਿਆ ਰਹੂਗਾ। ਉਹ ਕਹਿੰਦੇ ਕੀੜਾ ਕਦੀ ਨਹੀਂ ਮਰਦਾ। ਉਹਨਾਂ ਨੂੰ ਫੀਲ ਹੋਊਗਾ ਅੱਗ ਦੀ ਜਿਹੜੀ ਹੈਗੀ ਨਾ, ਉਹਨਾਂ ਨੂੰ ਜਿਹੜੀ ਫੀਲਿੰਗ ਹੈਗੀ ਆ, ਉਹ ਸੜੂਗੇ, ਉਹਨਾਂ ਨੂੰ ਦਰਦ ਮਹਿਸੂਸ ਹੋਊਗਾ। ਉੱਥੇ ਕਹਿੰਦੇ ਚੀਖਾਂ, ਉੱਥੇ ਦੰਦਾਂ ਦਾ ਪੀਸਣਾ, ਉੱਥੇ ਉਹ ਕਹਿੰਦੇ ਲੋਕੀ ਚੀਕਾਂ ਮਾਰਦੇ ਕਿ ਸਾਨੂੰ ਇੱਕ ਮੌਕਾ ਦੇ ਦਿਓ, ਇੱਕ ਮੌਕਾ ਦਿਓ। ਲੇਕਿਨ ਕਹਿੰਦੇ ਖੁਦਾ ਕਹਿੰਦਾ ਨਾ, ਕਹਿੰਦਾ ਜੇ ਇਹ ਸਭ ਗੱਲਾਂ ਖਤਮ ਹੋਣ ਵਾਲੀਆਂ, ਕਹਿੰਦਾ ਸਾਨੂੰ ਕਿੱਦਾਂ ਦਾ ਹੋਣਾ ਚਾਹੀਦਾ? ਹੁਣ ਪਵਿੱਤਰ ਤੇ ਨਿਸ਼ਕਲੰਕ, ਸਚੇਤ, ਸਾਵਧਾਨ। ਸਾਨੂੰ ਖੁਦਾ ਦਾ ਵਚਨ ਸਾਵਧਾਨ ਕਰਦਾ ਕਿ ਅੱਜ ਹੀ ਆਪਣੇ ਜੀਵਨ ਨੂੰ ਕੀ ਕਰੀਏ? ਅਸੀਂ ਅੱਜ ਹੀ ਬਦਲੀਏ, ਕੱਲ ਨਹੀਂ। ਕਿਉਂਕਿ ਵਚਨ ਦੱਸਦਾ ਕਿ ਪ੍ਰਭੂ ਯਿਸੂ ਮਸੀਹ ਕਿੱਦਾਂ ਆਉਗੇ? ਉਹ ਇੱਕ ਚੋਰ ਵਾਂਗ ਆਣਾ ਹੈ ਉਹਨਾਂ ਨੇ। ਹੋ ਸਕਦਾ ਅੱਜ ਅਸੀਂ ਹੁਣ ਚਰਚ ਫਿਨਿਸ਼ ਕਰੀਏ, ਹੋ ਸਕਦਾ ਅਸੀਂ ਬਾਹਰ ਜਾਈਏ ਤੇ ਪ੍ਰਭੂ ਯਿਸੂ ਮਸੀਹ ਆ ਜਾਣ। ਯੂ ਡੋਨਟ ਨੋ, ਕਿਉਂਕਿ
ਉਹਨੇ ਜਿਹੜਾ ਅਮਰੀਕਾ ਦਾ ਕਿਹੜਾ ਰਾਸ਼ਟਰਪਤੀ ਕੀ ਨਾਮ ਉਹਦਾ ਜੋ ਬਾਈਡਨ ਨੇ ਤੇ ਮੋਦੀ ਨੇ ਇਹ ਗੱਲ ਕੀ ਕਿ ਅਸੀਂ ਨਵਾਂ ਵਰਲਡ ਆਰਡਰ ਬਣਾਉਣਾ ਜਾ ਰਹੇ ਸੀ। ਤੁਹਾਨੂੰ ਪਤਾ ਇਸ ਗੱਲ ਦਾ ਕੀ ਹੈ? ਨਿਊ ਵਰਲਡ ਆਰਡਰ ਬਣਾਉਣ ਜਾ ਰਹੇ ਆ ਉਹਨੇ ਇਹ ਗੱਲ ਕਹਿਤੀ ਆ। ਜਿੰਨੀ ਲੜਾਈਆਂ ਹੋ ਰਹੀਆਂ, ਜਿੰਨਾ ਕਰੋਨਾ ਵਾਇਰਸ ਆਇਆ, ਇਸ ਗੱਲ ਦਾ ਮਤਲਬ ਕੀ ਹੈਗਾ ਤੁਹਾਨੂੰ ਪਤਾ? ਬਾਈਬਲ ਇਸ ਗੱਲ ਨੂੰ ਦੱਸਦੀ ਹੈ। ਨਿਊ ਵਰਲਡ ਆਰਡਰ ਮਤਲਬ ਕਿ ਪ੍ਰਭੂ ਯਿਸੂ ਮਸੀਹ ਦਾ ਆਉਣਾ ਕਦੇ ਵੀ ਹੋ ਸਕਦਾ ਹੈ। ਅਸੀਂ ਇਸ ਗੱਲ ਦੇ ਵਿਸ਼ੇ ਤੇ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਸੇ ਦਿਨ ਹੋਰ। ਅੱਜ ਧੰਨਵਾਦ ਕਰਦੇ ਖੁਦਾ ਦਾ। ਅਸੀਂ ਸਾਰੇ ਖੜੇ ਹੋਵਾਂਗੇ ਤੇ ਮੈਂ ਚਾਹੁੰਦਾ ਕਿ ਸੋਨੀ ਦੁਆ ਕਰੇ ਜੋ ਅਸੀਂ ਅੱਜ ਵਚਨ ਸ਼ੇਅਰ ਕੀਤਾ ਹੈ। ਧੰਨਵਾਦ ਸਰਵਸ਼ਕਤੀਮਾਨ ਪਰਮੇਸ਼ਰ ਜੀ, ਤੁਹਾਡਾ ਧੰਨਵਾਦ ਕਰਦੇ ਜੋ ਪ੍ਰਭੂ ਜੀ ਤੁਸੀਂ ਕਲਾਮ ਸਾਨੂੰ ਅੱਜ ਦਿੱਤਾ ਹੈ। ਖੁਦਾਵੰਦ ਸਾਡੇ ਨਾਲ ਗੱਲਬਾਤ ਕੀਤੀ ਹੈ ਪ੍ਰਭੂ ਜੀ। ਅਸੀਂ ਜਾਣਦੇ ਕਿ ਸਮਾਂ ਨੇੜੇ ਹੈ ਔਰ ਖੁਦਾਵੰਦ ਆਉਣ ਵਾਲੇ